ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ। ਗੁਰ ਅਰਸੋ ਕੁਰਸੋਂ ਚਟੀਐ ਤੁਧ ਡਿਠੇ ਸਚੇ ਪਾਤਸ਼ਾਹੋ। ਮਲ ਜਨਮ ਜਨਮ ਦੀ ਕਟੀਐ ਸਜਨ ਸਚਾ ਪਾਤਸ਼ਾਹੋ। ਸਿਰ ਸਾਂਦੈ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ। ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ। ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਪੂਰਾ ਪ੍ਰਭ ਰਾਧਿਆ ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ ਪੂਰੇ ਕੇ ਗੁਣ। ਨਾਨਕ ਪੂਰਾ ਪਾਇਆ ਪੂਰੇ। ਤਬ ਸੂਬੇ ਗਿਰਪਤ ਚੜ ਸਾਰੇ ਫਿਰੇ ਚਹੁੰ ਦਿਸ਼ ਕਰਤ ਨਿਹਾਰੇ। ਥਾਨ ਥਾਨ ਪਰ ਕਰਤ ਕਰਾਈ ਸੁਬਟ ਮੋਰਚੇ ਦੀਏ ਬਿਠਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਅਨੰਦਪੁਰ ਸਾਹਿਬ ਵਿਖੇ ਕਿਲ੍ਹੇ ਦੇ ਅੰਦਰ ਅੰਨ ਬਹੁਤ ਜ਼ਿਆਦਾ ਥੋੜ੍ਹਾ ਰਹਿ ਗਿਆ ਹੈ। ਐਸੇ ਹਾਲਾਤ ਨੂੰ ਵੇਖਦਿਆਂ ਹੋਇਆਂ ਕੁਝ ਸਿੰਘਾਂ ਨੇ ਬਾਹਰ ਹਮਲਾ ਕਰਕੇ ਮੁਗਲਾਂ ਦਾ ਇੱਕ ਬਾਜ਼ਾਰ ਲੁੱਟ ਕੇ ਲੈ ਆਂਦਾ। ਰਸਤਾਂ ਬਸਤਾਂ ਲੁੱਟ ਕੇ ਲੈ ਆਂਦੀਆਂ। ਆਪ ਕਿਲ੍ਹੇ ਦੇ ਅੰਦਰ ਆ ਕੇ ਪ੍ਰਵੇਸ਼ ਕਰ ਗਏ। ਜਦੋਂ ਪਹਾੜੀ ਰਾਜਿਆਂ ਅਤੇ ਮੁਗਲ ਸੂਬੇਦਾਰਾਂ ਨੂੰ ਪਤਾ ਲੱਗਾ ਹੈ, ਉਸ ਵੇਲੇ ਮਨ ਦੇ ਵਿੱਚ ਬੜਾ ਝੂਰਦੇ ਪਏ ਅਤੇ ਆਪਣੀ ਫੌਜ ਦੀ ਤਕੜਾਈ ਕਰਦੇ ਪਏ। ਇਹ ਬਚਨ ਇਤਿਹਾਸ ਆਪਾਂ ਕੱਲ੍ਹ ਸਰਵਣ ਕਰ ਆਏ। ਜਿਵੇਂ ਅੱਗੇ ਇਤਿਹਾਸ ਦੀ ਰਮਤਾ ਹੋ ਰਹੀ, ਸਰਵਣ ਕਰੀਏ, ਮਿਲ ਕੇ ਆਖੀਏ ਸਤਿਨਾਮ ਸ਼੍ਰੀ ਵਾਹਿਗੁਰੂ। ਤਬ ਸੂਬੇ ਗਿਰਪਤ ਚੜ ਸਾਰੇ। ਇਹ ਜਿੰਨੇ ਸੂਬੇਦਾਰ ਨੇ, ਜਿਵੇਂ ਲਾਹੌਰ ਦਾ ਸੂਬੇਦਾਰ ਜ਼ਬਰਦਸਤ ਖਾਨ ਹੈ, ਸਰਹੰਦ ਦਾ ਸੂਬੇਦਾਰ ਵਜ਼ੀਰ ਖਾਨ ਹੈ, ਇਹ ਸਾਰੇ ਸੂਬੇ ਅਤੇ ਜਿੰਨੇ ਪਹਾੜੀ ਰਾਜੇ ਸਾਰੇ ਜਾਣੇ ਆਪੋ ਆਪਣੇ ਘੋੜਿਆਂ ਦੇ ਉੱਪਰ ਚੜ੍ਹ ਕੇ ਫਿਰੇ ਚਹੁੰ ਦਿਸ਼ ਕਰਤ ਨਿਹਾਰੇ। ਆਪਣੀ ਫੌਜ ਦੇ 4 ਸਫੇਰੇ ਔਰ ਅਨੰਦਪੁਰ ਸਾਹਿਬ ਦੇ 4 ਸਫੇਰੇ ਇਹਨਾਂ ਨੇ ਜਾਇਜ਼ਾ ਲਿਆ ਹੈ। ਕਿੱਥੋਂ ਸਾਡੇ ਮੋਰਚੇ ਕੱਚੇ ਨੇ, ਕਿੱਥੋਂ ਸਾਡੀ ਢਲਿਆਈ ਹੈ, ਕਿੱਥੇ ਸਾਡੀ ਤਕੜਾਈ ਹੈ। ਇਸ ਤਰ੍ਹਾਂ ਵੇਖਣ ਵਾਸਤੇ, ਨਿਰੀਖਣ ਕਰਨ ਵਾਸਤੇ ਆਪਣੀ ਪੂਰੀ ਫੌਜ ਦਾ ਔਰ ਅਨੰਦਪੁਰ ਸਾਹਿਬ ਦਾ ਇਹਨਾਂ ਨੇ ਚੱਕਰ ਲਾਇਆ ਹੈ। ਥਾਨ ਥਾਨ ਪਰ ਕਰਤ ਕਰਾਈ। ਥਾਵਾਂ ਥਾਵਾਂ ਦੇ ਉੱਪਰ ਜਿੱਥੇ ਜਿੱਥੇ ਕਮੀ ਜਾਪੀ ਹੈ, ਵੀ ਇੱਥੇ ਤਕੜਾਈ ਘੱਟ ਹੈ, ਜਾਂ ਇੱਥੋਂ ਮੋਰਚਾ ਢਿੱਲਾ ਹੈ, ਜਾਂ ਇਸ ਜਗ੍ਹਾ ਤੋਂ ਸਾਡਾ ਨੁਕਸਾਨ ਹੋ ਸਕਦਾ ਹੈ, ਉਹਨਾਂ ਮੋਰਚਿਆਂ ਦੇ ਉੱਪਰ ਹੁਣ ਚੰਗੀ ਤਰ੍ਹਾਂ ਕਰੜੇ ਪਹਿਰੇ ਲਾ ਕੇ ਤਕੜਾਈ ਕੀਤੀ ਹੈ। ਸੁਬਟ ਮੋਰਚੇ ਦੀਏ ਬਿਠਾਈ। ਜਿੱਥੇ ਮੋਰਚੇ ਵਿੱਚ 50 ਬੰਦੇ ਸਨ, ਉੱਥੇ 500 ਬੰਦਾ ਕਰ ਦਿੱਤਾ। ਸੂਰਮਿਆਂ ਦੀ ਗਿਣਤੀ ਬਹੁਤੀ ਕਰ ਦਿੱਤੀ ਹੈ ਅਤੇ ਬੜੀ ਤਕੜਾਈ ਦੇ ਨਾਲ ਲੜਨ ਵਾਸਤੇ ਉਹਨਾਂ ਨੂੰ ਬਿਠਾ ਦਿੱਤਾ ਹੈ। ਹਾਂ ਸੁਚੇਤ ਬੰਨੇ ਨਿਤ ਰਹੀ ਹੈ। ਉਸ ਵੇਲੇ ਸੂਬੇਦਾਰ ਤੇ ਪਹਾੜੀ ਰਾਜੇ ਆਪਣੀ ਫੌਜ ਨੂੰ ਕਹਿ ਰਹੇ ਨੇ ਵੀ ਸਾਵਧਾਨ ਹੋ ਕੇ ਰਹੋ ਅਤੇ ਇਸੇ ਤਰ੍ਹਾਂ ਸੁਚੇਤ ਹੋ ਕੇ, ਸਾਵਧਾਨ ਹੋ ਕੇ ਆਪਣੇ ਪਹਿਰੇ ਦੇ ਉੱਪਰ
ਡਿਊਟੀ ਦੇ ਉੱਪਰ ਰਹਿਣਾ ਕਰੋ। ਅਗਰ ਵਧਨ ਕੋ ਨਿਤ ਨ ਚਾਹੀਏ। ਤੁਸੀਂ ਅੱਗੇ ਨਹੀਂ ਵਧਣਾ ਹੈ। ਇਹਨਾਂ ਨੇ ਵੀ ਹੁਣੇ ਪੈਤੜਾ ਵਰਤਿਆ, ਅੱਗੇ ਨਹੀਂ ਵਧਣਾ ਹੈ। ਸੂਬੇਦਾਰਾਂ ਨੇ ਹੁਕਮ ਦਿੱਤਾ ਆਪਣੀ ਫੌਜ ਨੂੰ, ਮੋਰਚਿਆਂ ਤੋਂ ਬਾਹਰ ਨਿਕਲ ਕੇ ਨਾ ਲੜੋ, ਨੁਕਸਾਨ ਹੋਵੇਗਾ। ਮੋਰਚਿਆਂ ਵਿੱਚ ਬੈਠ ਕੇ ਹੀ ਦੁਸ਼ਮਣ ਨਾਲ ਲੜਨਾ ਕਰੋ। ਗਾਫਲ ਹੋਏ ਨਾ ਧਰ ਵਿਸ਼ਵਾਸਾ। ਤੇ ਗਾਫਲ ਨਹੀਂ ਹੋਣਾ ਹੈ, ਬੇਵਿਸ਼ਵਾਸ ਨਹੀਂ ਹੋਣਾ ਹੈ, ਸਾਵਧਾਨ ਰਹਿਣਾ ਹੈ। ਇਸ ਤਰੀਕੇ ਨਾਲ ਹੀ ਪਹਿਰਾ ਦੇਣਾ ਕਰੋ। ਦੇਖਤ ਰਹੋ ਰਿਪਨ ਕੀ ਆਸਾ। ਤੇ ਦੁਸ਼ਮਣ ਦੇ ਨਾਲ ਵੇਖਦੇ ਰਹੋ। ਇਹ ਸੂਬੇਦਾਰਾਂ ਨੇ ਆਪਣੀ ਫੌਜ ਨੂੰ ਹੁਕਮ ਦਿੱਤਾ ਹੈ ਕਿ ਜਿਹੜੇ ਸਾਡੇ ਦੁਸ਼ਮਣ ਨੇ, ਭਾਵ ਕਿ ਜੋ ਖਾਲਸਾ ਹੈ, ਤੁਸੀਂ ਆਪਣਾ ਧਿਆਨ ਆਨੰਦਪੁਰ ਸਾਹਿਬ ਦੇ ਵੱਲ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਿਲ੍ਹਿਆਂ ਦੇ ਵੱਲ ਰੱਖਣਾ ਹੈ। ਇਸ ਤਰ੍ਹਾਂ ਆਪਣੀ ਫੌਜ ਨੂੰ ਸਮਝਾਇਆ ਹੈ। ਤਿਆਰ ਤੁਫੰਗ ਹੱਥ ਪਰ ਰੱਖੋ। ਹੱਥ ਵਿੱਚ ਜਿਹੜੀਆਂ ਬੰਦੂਕਾਂ ਫੜ ਕੇ ਰੱਖਣੀਆਂ ਹਨ, ਉਹਨਾਂ ਵਿੱਚ ਗੋਲੀਆਂ ਪਾ ਕੇ ਚੰਗੇ ਤਰੀਕੇ ਦੇ ਨਾਲ ਬੰਦੂਕਾਂ ਨੂੰ ਭਰ ਕੇ ਅਸਲੇ ਦੇ ਨਾਲ, ਤੇ ਦੁਸ਼ਮਣ ਦੇ ਵੱਲ ਉਹਨਾਂ ਦੇ ਮੂੰਹ ਕਰਕੇ ਤਿਆਰ ਬਰ ਤਿਆਰ ਰਹਿਣਾ ਕਰੋ। ਨਿਕਸੈ ਸਿੰਘ ਹਤੋ ਚਿਤ ਮਖੋ। ਜੇ ਕੋਈ ਸਿੰਘ ਤੁਹਾਨੂੰ ਦਿਸਦਾ ਹੈ ਵੀ ਇਹ ਹੁਣ ਕਿਲੇ ਵਿੱਚੋਂ ਸਿੰਘ ਕੋਈ ਬਾਹਰ ਨਿਕਲਿਆ ਹੈ ਔਰ ਤੁਹਾਡੀ ਮਾਰ ਥੱਲੇ ਆਉਂਦਾ ਹੈ, ਤੇ ਫਿਰ ਚਿੱਤ ਦੀ ਇੱਛਾ ਦੇ ਨਾਲ, ਮਨ ਦੇ ਗੁੱਸੇ ਦੇ ਨਾਲ ਦੁਸ਼ਮਣ ਨੂੰ ਉਸੇ ਵੇਲੇ ਮਾਰ ਦੇਣਾ ਕਰੋ। ਅਸ ਨਹਿ ਹੋਏ ਕਾਟ ਪੁਨ ਜਾਵੇ। ਫਿਰ ਪੜਿਓ। ਅਸ ਨਹਿ ਹੋਏ ਕਾਟ ਪੁਨ ਜਾਵੇ। ਇਸ ਤਰ੍ਹਾਂ ਨਾ ਹੋਵੇ ਕਿ ਜਿਸ ਤਰ੍ਹਾਂ ਅੱਜ ਇਹ ਸਾਰਾ ਸਮਾਨ ਲੁੱਟ ਕੇ ਲੈ ਗਏ ਅਤੇ ਸਾਡੀ ਫੌਜ ਦੇ ਕਈ ਸਿਪਾਹੀ ਮਾਰ ਗਏ, ਕਿ ਇਹ ਨਾ ਹੋਵੇ ਵੀ ਕੱਲ੍ਹ ਨੂੰ ਫਿਰ ਇਹ ਆ ਜਾਣ, ਫਿਰ ਤੁਹਾਡੇ ਕੋਲੋਂ ਸਮਾਨ ਲੁੱਟ ਕੇ ਲੈ ਜਾਣ, ਫਿਰ ਸਾਡੇ ਸਿਪਾਹੀਆਂ ਨੂੰ ਮਾਰ ਕੇ ਚਲੇ ਜਾਣ। ਇਸ ਤਰ੍ਹਾਂ ਨਾ ਹੋਵੇ। ਬੜੀ ਤਕੜਾਈ ਦੇ ਨਾਲ ਜਿਹੜਾ ਹੈ ਉਹ ਆਪਣਾ ਪਹਿਰਾ ਦੇਣਾ ਕਰੋ। ਨਾਹਕ ਤੁਮਰੇ ਪ੍ਰਾਨ ਗਵਾਵੇ। ਅਤੇ ਇਹ ਨਾ ਹੋਵੇ ਕਿ ਬਿਨਾਂ ਕਿਸੇ ਕਾਰਨ ਤੋਂ ਤੁਹਾਡੇ ਪ੍ਰਾਣ, ਤੁਹਾਡੀ ਜਾਨ ਜਿਹੜੀ ਆ ਉਹ ਨਿਕਲ ਜਾਵੇ, ਬਿਨਾਂ ਹੀ ਕਿਸੇ ਕਾਰਨ ਤੋਂ ਤੁਹਾਨੂੰ ਮਾਰ ਕੇ ਚਲੇ ਜਾਣ। ਇਮ ਚੌਂ ਔਰ ਮੋਰਚੇ ਸਾਰੇ। ਇਸ ਤਰੀਕੇ ਦੇ ਨਾਲ ਚਾਰ ਫੇਰੇ ਜਿੰਨੇ ਮੋਰਚੇ ਨੇ ਮੁਗਲਾਂ ਨੇ, ਆਨੰਦਪੁਰ ਸਾਹਿਬ ਦੇ ਸਾਰੇ ਰਸਤੇ ਰੁਕੇ ਹੋਏ ਨੇ, ਸਾਰੇ ਰਸਤਿਆਂ ਦੇ ਉੱਪਰ ਫਿਰ ਕੇ ਚਾਰ ਸਫੇਰੇ ਬੜੀ ਪਕਿਆਈ ਦੇ ਨਾਲ ਤਕੜਾਈ ਕੀਤੀ ਹੈ। ਫਿਰ ਕਰ ਸੂਬੇ ਨਿਰਪਨ ਮੋ ਨਿਹਾਰੇ। ਇਸ ਤਰੀਕੇ ਨਾਲ ਗੁਰਮੁਖੋ ਜਿਹੜੇ ਪਹਾੜੀ ਰਾਜੇ ਨੇ, ਉਹਨਾਂ ਨੇ ਵੀ ਆਪਣੇ ਮੋਰਚੇ, ਆਪਣੇ ਵਾਲੇ ਜਿਹੜੇ ਉਹਨਾਂ ਦੇ ਫੌਜ ਦੇ ਸਿਪਾਹੀ ਨੇ, ਉਹ ਪਹਾੜੀ ਰਾਜਿਆਂ ਨੇ ਵੇਖੇ ਕਿ ਸਾਡੀ ਫੌਜ ਵੱਲੋਂ ਕੋਈ ਢਿੱਲ ਨਾ ਰਹਿ ਜਾਵੇ। ਦੂਸਰੇ ਪਾਸੇ ਜਿਹੜੇ ਸੂਬੇਦਾਰ ਨੇ, ਉਹਨਾਂ ਦੀ ਆਪਣੀ ਫੌਜ ਨੂੰ ਫਿਰ ਕੇ ਵੇਖਿਆ ਹੈ ਕਿ ਸਾਡੇ ਵੱਲੋਂ ਕੋਈ ਢਿੱਲ ਨਾ ਰਹਿ ਜਾਵੇ। ਸਾਰੇ ਮੋਰਚਿਆਂ ਦੇ ਉੱਪਰ ਬਹੁਤ ਜ਼ਿਆਦਾ ਤਕੜਾਈ ਕੀਤੀ ਹੈ। ਕਰ ਸਾਵਧਾਨ ਸਥਾਪਨ ਕਰੇ। ਇਸ ਤਰੀਕੇ ਨਾਲ ਗੁਰਮੁਖੋ ਫੌਜ ਦੇ ਵੱਖਰੇ ਵੱਖਰੇ ਜਰਨੈਲਾਂ ਦੀ ਡਿਊਟੀ ਲੱਗ ਗਈ ਹੈ ਕਿ ਤੂੰ ਇੱਕ ਮੋਰਚੇ ਦਾ ਧਿਆਨ ਰੱਖਣਾ ਹੈ। ਜੇ ਕੋਈ ਵੱਡਾ ਜਰਨੈਲ ਹੈ, ਉਹਨੂੰ 2 ਮੋਰਚੇ ਸੌਂਪੇ ਗਏ। ਸਾਰਿਆਂ ਨੂੰ ਮੋਰਚਿਆਂ ਦੀ ਜ਼ਿੰਮੇਵਾਰੀ ਦੇ ਦਿੱਤੀ ਹੈ ਕਿ ਤੁਸੀਂ ਸਾਰੇ ਮੋਰਚਿਆਂ ਦੇ ਉੱਪਰ ਬੜੀ ਭਾਰੀ ਨਿਗਾਹ ਰੱਖਣੀ, ਧਿਆਨ ਰੱਖਣਾ ਹੈ ਕਿ ਹੁਣ ਇਹ ਸਿੰਘ ਕਿਲੇ ਵਿੱਚੋਂ ਬਾਹਰ ਆ ਕੇ ਤੁਹਾਨੂੰ ਮਾਰਨਾ ਨਾ ਕਰਨਾ। ਭਾਂਤ ਭਾਂਤ ਕੀ ਸਿੱਖਿਆ ਕਰੇ। ਇਸ ਤਰ੍ਹਾਂ ਦੇ ਨਾਲ ਗੁਰਮੁਖੋ ਕਈ ਤਰ੍ਹਾਂ ਦੀ ਸਿੱਖਿਆ ਦਿੱਤੀ ਹੈ। ਜੇ ਸਿੰਘ ਬਾਹਰ ਆ ਗਏ, ਇਸ ਤਰੀਕੇ ਨਾਲ ਲੜਨਾ ਹੈ। ਜੇ ਤੁਹਾਨੂੰ ਦਿਸ ਪਏ, ਇਸ ਤਰੀਕੇ ਨਾਲ ਮਾਰਨਾ ਹੈ। ਪੂਰੀ ਸਿੱਖਿਆ ਜਿਹੜੀ ਹੈ ਨਾ, ਉਹ ਆਪਣੇ ਬੰਦਿਆਂ ਨੂੰ, ਆਪਣੇ ਸਿਪਾਹੀਆਂ ਨੂੰ ਇਹ ਜਿਹੜੇ ਪਹਾੜੀ ਰਾਜੇ ਅਤੇ ਸੂਬੇਦਾਰ ਨੇ ਉਹ ਦਿੰਦੇ ਪਏ ਹਨ। ਇਤ ਸਤਿਗੁਰ ਕੇ ਢਿਗ ਜਬ ਗਏ। ਗੁਰਮੁਖੋ ਇਹ ਤੇ ਮੁਗਲਾਂ ਦੀ ਹਾਲਤ ਹੈ ਵੀ ਕੁਝ ਸਿਪਾਹੀ ਮਾਰੇ ਗਏ ਨੇ ਤੇ ਬਾਜ਼ਾਰ ਲੁੱਟਿਆ ਗਿਆ, ਇਸ ਕਰਕੇ ਦੁਖੀ ਹਨ। ਜਿਹੜੇ ਸਿੰਘਾਂ ਨੇ ਬਾਜ਼ਾਰ ਲੁੱਟਿਆ ਸੀ, ਰਸਤ ਬਸਤ ਲੁੱਟ ਕੇ ਲੈ ਕੇ ਆਏ ਸਨ ਖਾਣ ਵਾਸਤੇ ਸਮਾਨ, ਉਹ ਹੁਣ ਦੱਸਣ ਵਾਸਤੇ ਮਹਾਰਾਜ ਦੇ ਕੋਲ ਗਏ ਨੇ। ਜਿੱਥੇ ਸਤਿਗੁਰੂ ਮਹਾਰਾਜ ਸਾਹਿਬ ਜੀ ਬੈਠੇ ਹੋਏ, ਇਹ ਸਿੰਘ ਮਹਾਰਾਜ ਦੇ ਕੋਲ ਪਹੁੰਚੇ ਹਨ। ਸ਼ੇਰ ਸਿੰਘ ਨਾਹਰ ਸਿੰਘ ਲਏ। ਇਹਨਾਂ ਦੇ ਜਥੇਦਾਰ ਨੇ ਭਾਈ ਸ਼ੇਰ ਸਿੰਘ, ਭਾਈ ਨਾਹਰ ਸਿੰਘ। ਜੋ ਲੋਹਗੜ੍ਹ ਦਾ ਕਿਲ੍ਹਾ ਹੈ, ਆਨੰਦਪੁਰ ਸਾਹਿਬ ਦੇ ਨੇੜੇ ਸਟੇਸ਼ਨ ਵਾਲੀ ਸਾਈਡ 'ਤੇ, ਇੱਥੋਂ ਦੀ ਜ਼ਿੰਮੇਵਾਰੀ ਇਹ 2 ਜਥੇਦਾਰਾਂ ਨੂੰ ਦਿੱਤੀ ਹੈ। ਸ਼ੇਰ ਸਿੰਘ ਨਾਮ ਹੈ, ਨਾਹਰ ਸਿੰਘ ਨਾਮ ਹੈ।
ਇਹ ਦੋਨੇ ਜਥੇਦਾਰ ਮੁਗਲਾਂ ਦੀ ਫੌਜ ਦਾ ਰਾਸ਼ਨ ਲੁੱਟ ਕੇ ਲੈ ਆਏ। ਹੁਣ ਇਹ ਦੋਨੇ ਜਾਣੇ ਮਹਾਰਾਜ ਜੀ ਦੇ ਕੋਲ ਗਏ ਹਨ। ਬੰਧਨ ਕਰ ਗੁਰ ਫਤਿਹ ਬੁਲਾਈ। ਸਤਿਗੁਰਾਂ ਨੂੰ ਜਾ ਕੇ ਮੱਥਾ ਟੇਕਿਆ। ਫਿਰ ਜੋ ਖਾਲਸੇ ਨੂੰ ਮਹਾਰਾਜ ਨੇ ਫਤਿਹ ਬਖਸ਼ਿਸ਼ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਫਤਿਹ ਖਾਲਸੇ ਨੂੰ ਬਖਸ਼ੀ ਹੈ। ਇਹਨਾਂ ਦੋਨਾਂ ਜਥੇਦਾਰਾਂ ਨੇ ਜਾ ਕੇ ਮਹਾਰਾਜ ਨੂੰ ਮੱਥਾ ਟੇਕ ਕੇ ਫਿਰ ਫਤਿਹ ਦੀ ਸਾਂਝ ਕੀਤੀ ਹੈ। ਲੂਟਨ ਕੀ ਸਭ ਗਾਥ ਸੁਣਾਈ। ਫਿਰ ਸਤਿਗੁਰਾਂ ਨੂੰ ਆਪਣੇ ਵੱਲੋਂ ਵੀ ਕਿਵੇਂ ਅਸੀਂ ਨਿਕਲੇ ਹਾਂ ਕਿਲੇ ਦੇ ਵਿੱਚੋਂ ਬਾਹਰ, ਕਿਵੇਂ ਅਸੀਂ ਦੁਸ਼ਮਣ ਦਾ ਸਮਾਨ ਲੁੱਟ ਕੇ ਲੈ ਕੇ ਆਏ ਹਾਂ, ਕਿਵੇਂ ਅਸੀਂ ਦੁਸ਼ਮਣ ਨੂੰ ਮਾਰ ਕੇ ਆਏ ਹਾਂ, ਇਹ ਸਾਰੀ ਗੱਲ ਜਿਹੜੀ ਹੈ ਉਹ ਮਹਾਰਾਜ ਜੀ ਨੂੰ ਇਹਨਾਂ ਨੇ ਦੱਸ ਦਿੱਤੀ ਹੈ। ਸਿੰਘ ਸ਼ੁਦਾ ਤੁਰ ਹੋਏ ਵਿਸਾਲਾ। ਦੱਸਿਆ ਮਹਾਰਾਜ ਜੀਓ ਕਿ ਕਿਲੇ ਵਿੱਚ ਰਾਸ਼ਨ ਮੁੱਕ ਗਿਆ ਹੈ। ਹੁਣ ਬਹੁਤੇ ਸਿੰਘ ਜਿਹੜੇ ਨੇ ਉਹ ਭੁੱਖੇ ਰਹਿੰਦੇ ਨੇ, ਪ੍ਰਸ਼ਾਦਾ ਨਹੀਂ ਮਿਲਦਾ ਹੈ। ਇਸ ਕਰਕੇ ਉਹਨਾਂ ਦੇ ਰਾਸ਼ਨ ਦਾ ਇੰਤਜ਼ਾਮ ਕਰਨ ਵਾਸਤੇ ਅਸੀਂ ਬਾਹਰ ਕਿਲੇ ਤੋਂ ਗਏ ਹਾਂ। ਪਿੱਖ ਬਾਜ਼ਾਰ ਹੀਲੋ ਤਬ ਘਾਲਾ। ਸਤਿਗੁਰੂ ਜੀ ਮੁਗਲਾਂ ਦਾ ਬਾਜ਼ਾਰ ਇੱਕ ਭਰਿਆ ਹੋਇਆ ਸੀ ਅਨਾਜ ਦੇ ਨਾਲ, ਜਿਹਦੇ ਵਿੱਚ ਕਣਕ ਹੈ, ਚੌਲ ਹੈ, ਮੱਕੀ, ਬਾਜਰਾ ਇਤਿਆਦਿਕ ਵਸਤੂਆਂ ਸਨ ਖਾਣ ਵਾਲੀਆਂ। ਜਦੋਂ ਅਸੀਂ ਵੇਖਿਆ ਵੀ ਇਹ ਬਾਜ਼ਾਰ ਭਰਿਆ ਹੋਇਆ ਹੈ, ਉਸ ਬਾਜ਼ਾਰ ਦੇ ਉੱਪਰ ਅਸੀਂ ਹਮਲਾ ਕੀਤਾ ਹੈ। ਖੈਬੇ ਹੇਤ ਅੰਨ ਬਹੁ ਲਿਆਏ। ਜਿੰਨਾ ਵੀ ਰਾਸ਼ਨ ਖਾਣ ਵਾਸਤੇ ਚਾਹੀਦਾ ਸੀਗਾ ਸਾਰਾ ਬਾਜ਼ਾਰ ਦੇ ਵਿੱਚੋਂ ਅਸੀਂ ਲੁੱਟ ਕੇ ਲੈ ਆਏ ਹਾਂ। ਸੋ ਇਹ ਮਹਾਰਾਜ ਜੀ ਨੂੰ ਦੱਸਦੇ ਪਏ ਹਨ। ਤੁਰਕ ਨਿਕਟ ਪਹੁੰਚੇ ਗਨ ਘਾਏ। ਕਿਸੇ ਸਿੱਖ ਨੇ ਮਹਾਰਾਜ ਦੇ ਕੋਲ ਬੈਠੇ ਨੇ ਪੁੱਛ ਲਿਆ, ਜਦੋਂ ਤੁਸੀਂ ਸਮਾਨ ਲੁੱਟ ਕੇ ਲੈ ਕੇ ਆਏ ਹੋ, ਤੁਹਾਡੇ ਉੱਪਰ ਕਿਸੇ ਮੁਗਲ ਨੇ ਹਮਲਾ ਨਹੀਂ ਕੀਤਾ ਹੈ? ਤੇ ਇਹ ਜਿਹੜੇ ਜਥੇਦਾਰ ਨੇ ਦੱਸਦੇ ਪਏ, ਕਹਿੰਦੇ ਕੁਝ ਮੁਗਲ ਜਿਹੜੇ ਸਨ ਉਹ ਸਾਡੇ ਵੱਲ ਵੱਧ ਕੇ ਆਏ ਸਨ ਲੜਨ ਵਾਸਤੇ, ਉਹਨਾਂ ਨੂੰ ਅਸੀਂ ਉੱਥੇ ਹੀ ਮਾਰ ਦਿੱਤਾ ਹੈ। ਸ਼੍ਰੀ ਪ੍ਰਭ ਕਹਿਓ ਘਾਤ ਲਖ ਮਾਰੋ। ਸਤਿਗੁਰੂ ਪਾਤਸ਼ਾਹ ਨੇ ਸਾਰਾ ਬਚਨ ਸੁਣਿਆ, ਕਹਿਣ ਲੱਗੇ ਚਲੋ ਖਾਲਸਾ ਜੀ ਚੰਗਾ ਕੀਤਾ ਹੈ, ਇਹ ਲੁੱਟ-ਕੁੱਟ ਦਾ ਕੰਮ ਤੇ ਚੰਗਾ ਕੀਤਾ ਹੈ, ਖਾਲਸੇ ਨੂੰ ਅਸੀਂ ਦੱਸਿਆ ਹੈ। ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ ਵੀ ਪਹਿਲਾਂ ਮੌਕਾ ਵੇਖਣਾ ਹੈ। ਪੂਰਾ ਮੌਕਾ ਵੇਖ ਕੇ ਵੀ ਹੁਣ ਦਾ ਲੱਗ ਸਕਦਾ ਹੈ, ਉਸ ਵੇਲੇ ਇਸ ਕਾਰਜ ਨੂੰ ਕਰਨਾ ਹੈ। ਬਹੁਤਨ ਮੈਂ ਨਹਿ ਹੀਰ ਪਧਾਰੋ। ਪਰ ਇੱਕ ਗੱਲ ਦਾ ਧਿਆਨ ਰੱਖਿਓ, ਜਿੱਥੇ ਮੁਗਲਾਂ ਦੀ ਫੌਜ ਬਹੁਤੀ ਹੋਵੇ, ਬਹੁਤੇ ਹਥਿਆਰਬੰਦ ਸੂਰਮੇ ਹੋਣ, ਉੱਥੇ ਨਹੀਂ ਜਾਣਾ ਹੈ। ਤੁਹਾਡਾ ਨੁਕਸਾਨ ਹੋਵੇਗਾ, ਉਹ ਤੁਹਾਨੂੰ ਮਾਰ ਦੇਣਗੇ। ਜਿੱਥੇ ਤੁਹਾਨੂੰ ਪਤਾ ਲੱਗੇ ਵੀ ਇੱਥੇ ਕਚਿਆਈ ਹੈ, ਇੱਥੇ ਢਿੱਲਾ ਪਹਿਰਾ ਹੈ, ਉਸ ਜਗ੍ਹਾ ਦੇ ਉੱਪਰ ਜਾਣਾ, ਬੜੇ ਸਾਵਧਾਨ ਰਹਿਣਾ ਹੈ। ਖਾਨ ਪਾਨ ਜੇਤਕ ਕਰ ਪਾਵੋ। ਤੇ ਜਿੰਨਾ ਕੁ ਤੁਹਾਨੂੰ ਛਕਣ ਵਾਸਤੇ ਅੰਨ ਮਿਲਦਾ ਹੈ ਉਹ ਅੰਨ ਹੀ ਲੈ ਕੇ ਆਉਣਾ ਹੈ। ਅਨੰਦਪੁਰ ਸਾਹਿਬ ਦੇ ਵਿੱਚ ਮਾਇਆ ਦੀ ਕੋਈ ਕਮੀ ਨਹੀਂ ਹੈ। ਪਿੱਛੇ ਆਪਾਂ ਇਤਿਹਾਸ ਸਰਵਣ ਕੀਤਾ ਸੀ ਕਿ ਮਹਾਰਾਜ ਜੀਆਂ ਨੇ 9 ਕਰੋੜ ਦਾ ਧਨ ਸਤਲੁਜ ਦਰਿਆ ਵਿੱਚ ਪਵਾਇਆ। ਉਹਨਾਂ ਸਮਿਆਂ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰਤਾ ਗੱਦੀ 'ਤੇ ਸਨ, ਉਸ ਵੇਲੇ 9 ਕਰੋੜ ਰੁਪਈਆ ਜਿਹੜਾ ਸੀ ਉਹ ਬਿਆਸ ਦਰਿਆ ਵਿੱਚ ਪਵਾ ਦਿੱਤਾ ਗਿਆ। ਇਹਦੇ ਤੋਂ ਬਿਨਾਂ ਕਿੰਨੇ ਸੋਨੇ ਦੇ ਚਾਂਦੀ ਦੇ ਭਾਂਡੇ, ਕਿੰਨੇ ਜੇਵਰ ਸਨ ਔਰ ਕਿੰਨੇ ਪਸ਼ਮੀਨੇ ਦੇ ਰੇਸ਼ਮ ਦੇ ਵਸਤਰ ਸਨ, ਉਹਨਾਂ ਦੀ ਗਿਣਤੀ ਅਲੱਗਾ ਹੈ। ਇੰਨਾ ਧਨ ਸਤਲੁਜ ਪਾਉਣ ਤੋਂ ਮਗਰੋਂ ਵੀ ਅਜੇ ਵੀ ਬਹੁਤ ਧਨ ਅਨੰਦਪੁਰ ਸਾਹਿਬ ਦੇ ਵਿੱਚ ਪਿਆ ਹੈ। ਮਹਾਰਾਜ ਜੀ ਕਹਿਣ ਲੱਗੇ ਖਾਲਸਾ ਜੀ ਧਨ ਨਹੀਂ ਲੁੱਟਣਾ ਹੈ, ਖਾਣ ਵਾਸਤੇ ਜਿਹੜਾ ਅੰਨ ਚਾਹੀਦਾ ਕੇਵਲ ਉਹੀ ਲੈ ਕੇ ਆਉਣਾ ਹੈ। ਇਸ ਤਰੀਕੇ ਨਾਲ ਸਾਵਧਾਨ ਰਹਿਣਾ ਕਰੋ। ਫਿਰ ਉਹ ਸੰਤੋਖ ਧਾਰ ਸੋਖਾ। ਅਤੇ ਸੰਤੋਖ ਧਾਰ ਕੇ ਰੱਖਣਾ ਹੈ ਕਿ ਸੰਤੋਖ ਇਸ ਤਰ੍ਹਾਂ ਹੈ ਵੀ ਜੇ ਪ੍ਰਸ਼ਾਦਾ ਬਣਿਆ, ਜਿਨ੍ਹਾਂ ਸਾਰਿਆਂ ਨੂੰ ਥੋੜ੍ਹਾ ਥੋੜ੍ਹਾ ਆਉਂਦਾ ਨਾ, ਸਾਰਿਆਂ ਨੇ ਵੰਡ ਕੇ ਛਕ ਲੈਣਾ ਹੈ। ਇਹ ਨਹੀਂ ਹੈ ਕੋਈ ਬਹੁਤਾ ਖਾ ਜਾਵੇ ਤੇ ਕਿਸੇ ਨੂੰ ਮਿਲੇ ਹੀ ਨਾ। ਸੰਤੋਖ ਰੱਖਣਾ ਹੈ, ਜਿੰਨਾ ਵੀ ਅੰਨ ਪੱਕਦਾ ਹੈ, ਬਣਦਾ ਹੈ, ਉਸ ਨੂੰ ਸਾਰਿਆਂ ਵਿੱਚ ਵੰਡ ਕੇ ਛਕਣਾ ਹੈ। ਦੋਹਰਾ ਇੱਕ ਸਿੱਖ ਗਹਿਲੀਨਸ ਤਹਾਂ ਕੈਦ ਕਰਿਓ ਬਲ ਨਾਲ। ਗੁਰਮੁਖੋ, ਜਦੋਂ ਮਹਾਰਾਜ ਦੇ ਇਹ ਸਿੰਘ ਅੰਨ ਲੁੱਟ ਕੇ ਲਿਆਏ ਨਾ, ਇੱਕ ਸਿੱਖ ਵਿਚਾਰਾ ਉਸ ਵੇਲੇ ਘੋੜੇ ਤੋਂ ਥੱਲੇ ਡਿੱਗ ਪਿਆ। ਡਿੱਗਣ ਕਰਕੇ ਉਹ ਬੇਹੋਸ਼ ਹੋ ਗਿਆ ਤੇ ਉਹ ਮੁਗਲਾਂ ਨੇ ਫੜ ਲਿਆ, ਮੁਗਲਾਂ ਨੇ ਕੈਦ ਕਰ ਲਿਆ। ਬਾਅਦ ਵਿੱਚ ਉਹ 'ਤੇ ਪਾਣੀ ਵਗੈਰਾ ਪਾ ਕੇ ਉਹਨੂੰ ਹੋਸ਼ ਵਿੱਚ ਲਿਆਂਦਾ। ਇਤਿਹਾਸ ਵਿੱਚ ਬਚਨ ਆਉਂਦਾ ਵੀ ਇੱਕ ਸਿੱਖ ਜਦੋਂ ਰਾਸ਼ਨ ਲੈਣ ਵਾਸਤੇ ਗਏ, ਘੋੜੇ ਤੋਂ ਡਿੱਗਣ ਕਰਕੇ ਉਹਦੇ ਸਿਰ ਵਿੱਚ ਥੋੜ੍ਹੀ ਸੱਟ ਲੱਗੀ ਤੇ ਉਹ ਬੇਹੋਸ਼ ਹੋ ਗਿਆ, ਮੂਰਛਿਤ ਹੋ ਗਿਆ।
ਤੇ ਮੁਗਲਾਂ ਨੇ ਉਸ ਨੂੰ ਕੈਦ ਕਰ ਲਿਆ ਹੈ। ਸੁਨਤ ਕਰ ਸਿਰ ਕੇਸ਼ ਹਰ ਤਦੀ ਕੀਨ ਵਿਸਾਲ। ਉਸ ਵੇਲੇ ਆਪਣੀ ਜੋਰਾਵਰੀ ਦੇ ਨਾਲ, ਹੁਣ ਇੱਕ ਬੰਦੇ ਨੂੰ 100 ਬੰਦੇ ਨੇ ਫੜ ਲਿਆ, ਬਦੋ ਬਦੀ ਸਿੱਖ ਦੀ ਸੁਨਤ ਕਰ ਦਿੱਤੀ ਹੈ ਮੁਸਲਮਾਨ ਬਣਾਉਣ ਵਾਸਤੇ। ਸੁਨਤ ਕਰ ਦਿੱਤੀ, ਸਿਰ ਦੇ ਕੇਸ ਕੱਟ ਦਿੱਤੇ ਕਿ ਹੁਣ ਤੂੰ ਸਾਡਾ ਕੀ ਕਰੇਂਗਾ। ਤੂੰ ਆਪਣੇ ਆਪ ਨੂੰ ਸਿੱਖ ਕਹਿੰਦਾ ਹੈ, ਅਸੀਂ ਤੈਨੂੰ ਸਿੱਖ ਨਹੀਂ ਹੁਣ ਰਹਿਣ ਦੇਵਾਂਗੇ, ਤੈਨੂੰ ਜ਼ਬਰਦਸਤੀ ਮੁਸਲਮਾਨ ਬਣਾ ਲਵਾਂਗੇ। ਜਦੋਂ ਸਿੱਖ ਮੁਸਲਮਾਨ ਬਣਨ ਵਾਸਤੇ ਨਹੀਂ ਮੰਨਿਆ, ਉਹਦੀ ਸੁਨਤ ਕਰ ਦਿੱਤੀ, ਲਵਾਂ ਕੱਟ ਦਿੱਤੀਆਂ, ਉਹਦੇ ਕੇਸ ਕੱਟ ਦਿੱਤੇ। ਇਸ ਤਰੀਕੇ ਦੇ ਨਾਲ ਜ਼ਬਰਦਸਤੀ ਧੱਕੋ ਜੋਰੀ ਦੇ ਨਾਲ ਇਹ ਸਾਰੀ ਮੁਸਲਮਾਨਾਂ ਦੀ ਕਿਰਿਆ ਕਰਕੇ ਉਸ ਨੂੰ ਮੁਸਲਮਾਨ ਬਣਾਇਆ ਹੈ। ਚੌਪਈ ਕਹਿ ਕਰ ਕਲਮਾ ਤਵੈ ਪਠਾਇਓ। ਜਦੋਂ ਸਿਰ ਦੇ ਕੇਸ ਕੱਟੇ ਗਏ, ਸੁਨਤ ਕੀਤੀ ਗਈ ਹੈ, ਫਿਰ ਉਸ ਨੂੰ ਕੁੱਟ-ਕੁੱਟ ਕੇ ਆਖਿਆ ਵੀ ਕਲਮਾ ਪੜ੍ਹ। ਕਾਜੀ ਅੱਗੇ ਪੜ੍ਹਦਾ ਨਾ ਤੇ ਮਗਰ ਪੜ੍ਹਨਾ ਪੈਂਦਾ ਮੁਸਲਮਾਨ ਇਸਲਾਮ ਧਰਮ ਨੂੰ ਧਾਰਨ ਕਰਨ ਵਾਸਤੇ। ਕੁੱਟ-ਕੁੱਟ ਕੇ ਧੱਕੇ ਦੇ ਨਾਲ ਮਾਰ ਕੇ ਉਹਦੇ ਕੋਲੋਂ ਫਿਰ ਕਲਮਾਂ ਪੜ੍ਹਾਈਆਂ ਗਈਆਂ। ਉਸ ਵੇਲੇ ਤਉ ਸਿੱਖ ਮਨ ਨਾਹੇ ਹਲਾਇਓ। ਸਿੱਖ ਨੇ ਉਸ ਵੇਲੇ ਕਲਮਾਂ ਤੇ ਪੜ੍ਹਦੀਆਂ, ਪਰ ਮਨ ਕਰਕੇ ਨਹੀਂ ਮੰਨਿਆ, ਮਨ ਕਰਕੇ ਨਹੀਂ ਡੋਲਿਆ। ਮੇਰੇ ਕੇਸ ਕੱਟ ਲੈ ਤਾਂ ਕੀ ਹੋ ਗਿਆ, ਜੇ ਸੁਨਤ ਕਰ ਲਈ ਹੈ ਤੇ ਤਾਂ ਕੀ ਹੋ ਗਿਆ, ਜੇ ਧੱਕੇ ਨਾਲ ਮੇਰੇ ਤੋਂ ਕਲਮਾਂ ਪੜ੍ਹਾ ਵੀ ਲਈਆਂ ਤੇ ਤਾਂ ਕੀ ਹੋ ਗਿਆ। ਪਰ ਮਨ ਨਹੀਂ ਆਪਣਾ ਡੁਲਾਇਆ, ਮਨ ਆਪਣਾ ਪੂਰਾ ਨਿਸ਼ਚਾ ਰੱਖਿਆ ਹੈ। ਬਲ ਤੇ ਕਰੀ ਸ਼ਰਾ ਤਬਸਾਰੀ। ਬਲ ਦੇ ਨਾਲ, ਧੱਕੇ ਦੇ ਨਾਲ। ਹੁਣ 500 ਬੰਦੇ ਨੇ, ਜੋ ਮਰਜ਼ੀ ਇੱਕ ਬੰਦੇ ਨੂੰ ਕੁੱਟ ਮਾਰ ਕੇ ਕਰਵਾ ਲੈਣ। ਜਿੰਨੀ ਸ਼ਰ੍ਹਾ ਹੈ ਨਾ ਮੁਸਲਮਾਨ ਧਰਮ ਦੀ, ਸਾਰੀ ਇਹਨਾਂ ਨੇ ਕਰ ਲਈ ਹੈ, ਪੂਰੀ ਤਰ੍ਹਾਂ ਸਾਰੀ ਸ਼ਰ੍ਹਾ ਕਰਕੇ ਵੀ ਹੁਣ ਇਹ ਪੱਕਾ ਮੁਸਲਮਾਨ ਬਣ ਗਿਆ ਹੈ। ਖਾਣੇ ਕੋ ਖਵਾਏ ਤਿਸ ਬਾਰੀ। ਫਿਰ ਆਪਣਾ ਖਾਣਾ ਵੀ ਖਵਾਇਆ, ਜਿਹੜਾ ਮੁਸਲਮਾਨ ਖਾਣਾ ਖਾਂਦੇ ਨਾ ਇਸਲਾਮ ਨੂੰ ਧਾਰਨ ਕਰਨ ਵੇਲੇ, ਉਹ ਪੂਰੇ ਦਾ ਪੂਰਾ ਖਾਣਾ ਵੀ ਜਿਹੜਾ ਉਸ ਵੇਲੇ ਖਵਾਇਆ ਗਿਆ ਵੀ ਆ ਸਾਡਾ ਖਾਣਾ ਜਿਹੜਾ ਖਾਣਾ ਕਰੋ। ਗੁਸਲ ਕਰਾਏ ਆਪਨ ਬਿਦਤਾ ਹੂੰ। ਆਪਣੀ ਤਰੀਕੇ ਦੇ ਨਾਲ ਸਾਰਾ ਭੋਜਨ ਛਕਾਇਆ ਹੈ। ਜੋ ਵੀ ਉਹ ਮੁਸਲਮਾਨ ਸ਼ਰਾਬ ਵਗੈਰਾ ਪੀਂਦੇ, ਮਾਸ ਖਾਂਦੇ, ਹੋਰ ਜੋ ਵੀ ਉਹਨਾਂ ਦਾ ਰੀਤੀ ਰਿਵਾਜ ਹੈ ਨਾ, ਮਰਿਆਦਾ ਹੈ ਇਸਲਾਮ ਧਰਮ ਦੀ, ਉਹ ਸਾਰੀ ਕਰਾਈ ਧੱਕੇ ਦੇ ਨਾਲ। ਤੇ ਕਹਿੰਦੇ ਵੀ ਇਹ ਹੁਣ ਪੱਕਾ ਮੁਸਲਮਾਨ ਹੀ ਹੋ ਗਿਆ ਹੈ। ਕੇਸ ਵੀ ਕੱਟ ਦਿੱਤੇ, ਸੁਨਤ ਵੀ ਹੋ ਗਈ ਹੈ, ਨਮਾਜ਼ ਵੀ ਪੜ੍ਹਾ ਦਿੱਤੀ ਹੈ, ਕਲਮਾਂ ਵੀ ਪੜ੍ਹਾ ਦਿੱਤੀਆਂ, ਆਪਣਾ ਖਾਣਾ ਵੀ ਖਵਾ ਦਿੱਤਾ ਹੈ। ਸਭ ਕੁਝ ਉਸ ਸਿੱਖ ਦੇ ਉੱਪਰ ਜ਼ਬਰਦਸਤੀ ਕਰਕੇ। ਗੁਰ ਗੁਰ ਜਪੈ ਭਲੇ ਉਸ ਮਾਹੂ। ਉਹ ਜਿਹੜਾ ਸਿੱਖ ਹੈ ਨਾ, ਉਹ ਮਨ ਦੇ ਵਿੱਚ ਗੁਰੂ 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 ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ। ਇਸ ਤਰ੍ਹਾਂ ਆਪਣੇ ਮਨ ਦੇ ਵਿੱਚ ਉਹ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਹੈ। ਸਰਬ ਸ਼ਰਾ ਕਰ ਦੀਨੋ ਸ਼ੋਰ। ਜਦੋਂ ਸਾਰੀ ਸ਼ਰ੍ਹਾ ਕਰ ਲਈ ਨਾ ਪੂਰੀ, ਸੁਨਤ ਵੀ ਕਰ ਲਈ, ਕੇਸ ਵੀ ਕੱਟ ਲੈ, ਮੁਸਲਮਾਨੀ ਖਾਣਾ ਵੀ ਖਵਾ ਦਿੱਤਾ, ਕਲਮਾਂ ਵੀ ਪੜ੍ਹਾ ਦਿੱਤੀਆਂ, ਫਿਰ ਛੱਡ ਦਿੱਤਾ। ਕਹਿੰਦੇ ਜਾ ਹੁਣ ਤੂੰ ਚਲਾ ਜਾ, ਹੁਣ ਤੂੰ ਮੁਸਲਮਾਨ ਤੇ ਬਣ ਹੀ ਗਿਆ ਹੈ, ਅਸੀਂ ਤੈਨੂੰ ਮੁਸਲਮਾਨ ਕਰ ਦਿੱਤਾ ਹੈ, ਜਾ ਚਲੇ ਜਾ ਹੁਣ ਜਿੱਥੇ ਜਾਣਾ ਹੈ, ਹੁਣ ਤੇਰਾ ਧਰਮ ਭ੍ਰਸ਼ਟ ਹੋ ਗਿਆ ਹੈ। ਇਸ ਤਰ੍ਹਾਂ ਉਹ ਸਿੱਖ ਨੂੰ ਛੱਡਿਆ ਹੈ। ਆਏ ਬਸੂਰਤ ਸੋ ਗੁਰ ਔਰ। ਉਹ ਜਿਹੜਾ ਸਿੱਖ ਹੈ ਨਾ ਵਿਚਾਰਾ ਝੂਰਦਾ ਹੋਇਆ, ਬੜਾ ਦੁਖੀ ਹੈ ਵੀ ਇਹ ਮੇਰੇ ਨਾਲ ਬੜਾ ਧੱਕਾ ਹੋਇਆ ਹੈ, ਮੇਰਾ ਤੇ ਧਰਮ ਭ੍ਰਸ਼ਟ ਹੋ ਗਿਆ ਹੈ, ਮੈਂ ਤੇ ਸਿੱਖੀ ਧਰਮ ਤੋਂ ਦੂਰ ਹੋ ਗਿਆ ਹਾਂ। ਝੂਰਦਾ ਹੋਇਆ, ਬੜਾ ਦੁਖੀ ਹੋਇਆ, ਮਹਾਰਾਜ ਦੇ ਕੋਲ ਆਇਆ ਹੈ। ਤੋ ਸਮਾਂ ਪਟਤੇ ਰਹਿ ਰਾਸ। ਉਸ ਵੇਲੇ ਸਤਿਗੁਰੂ ਬੈਠੇ ਹੋਏ ਸਨ। ਆਹੀ ਸਮਾਂ ਜਿਹੜਾ ਸਮਾਂ ਆਪਾਂ ਨੂੰ ਹੁਣ ਮਿਲਿਆ ਹੈ, ਐਸੇ ਸਮੇਂ ਮਹਾਰਾਜ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੇ ਪਏ। ਦੀਵਾਨ ਮਹਾਰਾਜ ਦਾ ਸਜਿਆ ਹੋਇਆ, ਸਾਰੀ ਸੰਗਤ ਬੈਠੀ ਹੈ, ਰਹਿਰਾਸ ਸਾਹਿਬ ਜੀ ਦੇ ਪਾਠ ਨੂੰ ਸੁਣਿਆ ਜਾ ਰਿਹਾ ਹੈ। ਗੁਰ ਪੱਗ ਬੰਦੇ ਹੋਵੇ ਕਰ ਪਾਸ। ਇਸ ਨੇ ਦਰਬਾਰ ਦੇ ਵਿੱਚ ਆ ਕੇ ਬੈਠ ਗਿਆ, ਸਿੱਖ ਜਿਹੜਾ ਮੁਸਲਮਾਨ ਬਣਾਇਆ ਹੋਇਆ। ਜਦੋਂ ਰਹਿਰਾਸ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਨਾ, ਸਿੱਖ ਉੱਠ ਕੇ ਦੀਵਾਨ ਦੇ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਆ ਕੇ ਇਹ ਸਿੱਖ ਨੇ ਮੱਥਾ ਟੇਕਿਆ ਹੈ। ਲੱਗਿਓ ਦੀਵਾਨ ਮਹਾਨ ਨਿਹਾਰੇ। ਸਤਿਗੁਰੂ ਪਾਤਸ਼ਾਹ ਜੀ ਦਾ ਬਹੁਤ ਵੱਡਾ ਦੀਵਾਨ ਸਜਿਆ ਹੈ। ਬੇਅੰਤ ਫੌਜ ਮਹਾਰਾਜ ਜੀ ਦੀ ਬੈਠੀ ਹੋਈ ਹੈ, ਸਿੱਖ ਸੂਰਮੇ ਬੈਠੇ ਹੋਏ ਹਨ। ਹਾਥ ਜੋਰ ਸਿੱਖ ਖਰੋ ਉਚਾਰੇ। ਇਹ ਸਿੱਖ ਦੇ ਨੇਤਰਾਂ ਵਿੱਚ ਪਾਣੀ ਆ ਗਿਆ ਕਿ ਮੇਰਾ ਤੇ ਧਰਮ ਖਰਾਬ ਹੋ ਗਿਆ ਹੈ, ਭ੍ਰਸ਼ਟ ਹੋ ਗਿਆ ਹੈ, ਮੈਨੂੰ ਤੇ ਜ਼ਬਰਦਸਤੀ ਮੁਸਲਮਾਨ ਬਣਾ ਲਿਆ ਗਿਆ ਹੈ। ਨੇਤਰਾਂ ਦੇ ਵਿੱਚ ਜਲ ਲੈ ਕੇ ਇਸ ਨੇ ਹੱਥ ਜੋੜੇ ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਅੱਗੇ ਹੱਥ ਜੋੜ ਕੇ ਫਿਰ ਇਸ ਤਰ੍ਹਾਂ ਬੇਨਤੀ ਕਰਦਾ ਹੈ, ਮੈਂ ਸਿੱਖ ਹਾਂ ਸੱਚੇ ਪਾਤਸ਼ਾਹ। ਸਤਿਗੁਰੂ ਪਾਤਸ਼ਾਹ ਜੀ, ਮੈਂ ਆ ਤੁਹਾਡਾ ਸਿੱਖ। ਉਹਦੀ ਪਛਾਣ ਨਹੀਂ ਨਾ ਆਉਂਦੀ, ਕੇਸ ਕੱਟੇ ਗਏ। ਹੁਣ ਕੇਸ ਕੱਟਣ ਤੋਂ ਤੇ ਇਹੋ ਹੀ ਹੈ ਨਾ ਵੀ ਇਹ ਸਿੱਖ ਨਹੀਂ ਹੈ, ਪਰ ਉਹ ਦੱਸਦਾ ਪਿਆ, ਕਹਿੰਦਾ ਜੀ ਮੈਂ ਤੁਹਾਡਾ ਸਿੱਖ ਹਾਂ ਸੱਚੇ ਪਾਤਸ਼ਾਹ ਜੀ,
ਆ ਵੇਖੋ ਮੇਰੇ ਕੇਸ ਕੱਟ ਦਿੱਤੇ, ਸੁੰਨਤ ਕੀਤੀ ਗਈ ਹੈ, ਮੈਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਹੈ, ਪਰ ਪਾਤਸ਼ਾਹ ਮੈਂ ਤੁਹਾਡਾ ਸਿੱਖ ਹਾਂ। ਰਣ ਮਹਿ ਲੜਤ ਗਿਰਿਓ ਛਿਤ ਮਾਹੇ। ਉਸ ਵੇਲੇ ਦੂਜੇ ਸਿੱਖਾਂ ਨੇ ਪਛਾਣ ਲਿਆ ਵੀ ਇਹ ਤੇ ਫਲਾਣਾ ਸਿੰਘ ਹੈ, ਇਹ ਤੇ ਆਪਣੇ ਨਾਲ ਹੀ ਗਿਆ ਸੀ ਅੰਨ ਲੁੱਟਣ ਵਾਸਤੇ। ਉਸ ਵੇਲੇ ਉਹਨਾਂ ਸਿੱਖਾਂ ਨੇ ਪੁੱਛਿਆ, ਕਹਿਣ ਲੱਗੇ ਭਾਈ ਇਹ ਕਿਵੇਂ ਹੋਇਆ ਹੈ ਵੀ ਤੂੰ ਕੇਸ ਕਿਵੇਂ ਕਟਾ ਦਿੱਤੇ, ਤੂੰ ਦੁਸ਼ਮਣਾਂ ਦੇ ਕਾਬੂ ਕਿਵੇਂ ਆ ਗਿਆ? ਉਹ ਦੱਸਦਾ ਪਿਆ, ਕਹਿੰਦਾ ਵੀ ਜਦੋਂ ਆਪਾਂ ਲੁੱਟਣ ਵਾਸਤੇ ਗਏ ਸੀ ਤੇ ਮੈਂ ਘੋੜੇ ਤੋਂ ਥੱਲੇ ਡਿੱਗ ਪਿਆ, ਜਦੋਂ ਮੈਂ ਡਿੱਗਿਆ ਹਾਂ ਭਈ ਮੂਰਛਾ ਹੋਸ਼ ਨਾ ਤੇ ਕੋਈ। ਮੈਂ ਬੇਹੋਸ਼ ਹੋ ਗਿਆ, ਬੇਹੋਸ਼ ਹੋਣ ਕਰਕੇ ਮੈਨੂੰ ਹੋਸ਼ ਹੀ ਕੋਈ ਨਹੀਂ ਰਹਿ ਗਈ ਹੈ। ਜਦੋਂ ਮੈਂ ਬੇਹੋਸ਼ ਹੋ ਕੇ ਧਰਤੀ ਤੇ ਡਿੱਗਿਆ ਤੇ ਮੈਨੂੰ ਮੁਗਲ ਫੌਜ ਨੇ ਉਸ ਵੇਲੇ ਘੇਰ ਲਿਆ ਹੈ। ਪਹੁੰਚੇ ਤੁਰਕ ਆਨ ਸਭ ਕੋਈ। ਇੰਨੇ ਚਿਰ ਨੂੰ ਕਿ ਮੈਨੂੰ ਹੋਸ਼ ਆਵੇ ਤੇ ਮੈਂ ਉੱਠ ਕੇ ਉੱਥੋਂ ਭੱਜਦਾ, ਇਦੋਂ ਪਹਿਲਾਂ ਹੀ ਮੈਨੂੰ ਆ ਕੇ ਉਹਨਾਂ ਨੇ 4 ਚੁਫੇਰੇ ਤੋਂ ਘੇਰਾ ਪਾ ਲਿਆ। ਤੇ ਘੇਰਾ ਪਾਉਣ ਕਰਕੇ ਜਦੋਂ ਮੈਨੂੰ ਸੁਰਤ ਆਈ ਹੈ ਉਸ ਵੇਲੇ ਮੈਨੂੰ ਉਹਨਾਂ ਨੇ ਫੜ ਲਿਆ ਹੈ। ਛੁਪੀ ਮੂਰਛਾ ਗਹਿ ਲੈ ਗਏ। ਉਹਨਾਂ ਨੇ ਮੇਰੇ ਉੱਪਰ ਥੋੜ੍ਹਾ ਬਹੁਤਾ ਤਸ਼ੱਦਦ ਕੀਤਾ, ਕੁੱਟਮਾਰ ਕੀਤੀ ਹੈ। ਮੈਨੂੰ ਹੋਸ਼ ਆਈ, ਜਦੋਂ ਮੈਨੂੰ ਹੋਸ਼ ਆਈ ਤੇ ਮੈਂ ਵੇਖਿਆ ਵੀ ਉਹਨਾਂ ਨੇ ਮੈਨੂੰ ਸੰਗਲਾਂ ਨਾਲ ਬੱਧਾ ਹੋਇਆ ਆਪਣੀ ਕੈਦ ਵਿੱਚ ਪਾਇਆ ਹੋਇਆ ਹੈ। ਸ਼ਰਾ ਸਰਵ ਕੋ ਕਰਤੇ ਭਏ। ਮਹਾਰਾਜ ਸਾਹਿਬ ਜੀ ਫਿਰ ਮੈਨੂੰ ਉਹਨਾਂ ਨੇ ਪੁੱਛਿਆ, ਮੈਂ ਆਖਿਆ ਵੀ ਮੈਂ ਮਹਾਰਾਜ ਦਾ ਸਿੰਘ ਹਾਂ। ਉਹ ਕਹਿਣ ਲੱਗੇ ਵੀ ਤੈਨੂੰ ਹੁਣ ਸਿੰਘ ਨਹੀਂ ਅਸੀਂ ਰਹਿਣ ਦੇਵਾਂਗੇ, ਮਹਾਰਾਜ ਮੇਰੇ 'ਤੇ ਜ਼ਬਰਦਸਤੀ ਕੀਤੀ ਹੈ। ਮੈਨੂੰ ਉਹਨਾਂ ਨੇ ਮੁਸਲਮਾਨੀ ਸ਼ਰ੍ਹਾ ਦੇ ਜਿੰਨੇ ਵੀ ਉਹਨਾਂ ਦੇ ਧਾਰਮਿਕ ਰੀਤੀ ਰਿਵਾਜ, ਮੁਸਲਮਾਨ ਬਣਾਉਣ ਦਾ, ਧਰਮ ਬਦਲਣ ਦਾ, ਉਹ ਸਾਰਾ ਮੇਰੇ 'ਤੇ ਉਹਨਾਂ ਨੇ ਕੀਤਾ ਹੈ। ਆਪਣੇ ਵੱਲੋਂ ਪੱਕਾ ਉਹਨਾਂ ਨੇ ਮੈਨੂੰ ਮੁਸਲਮਾਨ ਬਣਾ ਲਿਆ ਹੈ। ਕਹਾਂ ਕਰਾਂ ਮੈਂ ਅਬੈ ਉਪਾਏ। ਸਤਿਗੁਰੂ ਹੁਣ ਮੈਂ ਕੀ ਕਰਾਂ ਕਿ ਜਿਹਦੇ ਨਾਲ ਦੁਬਾਰਾ ਮੈਂ ਸਿੱਖ ਬਣ ਜਾਵਾਂ, ਮੈਨੂੰ ਉਹ ਤਰੀਕਾ ਦੱਸ ਦਿਓ। ਮਹਾਰਾਜ ਕੀ ਦੁਬਾਰਾ ਮੈਂ ਹੁਣ ਸਿੱਖ ਨਹੀਂ ਬਣ ਸਕਦਾ? ਜੇ ਬਣ ਸਕਦਾ ਹਾਂ ਤੇ ਮਹਾਰਾਜ ਉਹ ਕਿਹੜਾ ਕੰਮ ਮੈਨੂੰ ਕਰਨਾ ਪਵੇਗਾ, ਇਹ ਮੈਨੂੰ ਦੱਸਣਾ ਕਰੋ। ਹਿੰਦੂ ਜਨਮ ਸਿੱਖੀ ਧਰਮ ਜਾਏ। ਮਹਾਰਾਜ ਇਸ ਵੇਲੇ ਤੇ ਮੈਨੂੰ ਉਹਨਾਂ ਨੇ ਮੁਸਲਮਾਨ ਬਣਾ ਲਿਆ ਹੈ ਤੇ ਮੇਰਾ ਇਹ ਸਿੱਖ ਧਰਮ ਹੁਣ ਚਲਾ ਜਾਵੇਗਾ, ਮੈਂ ਹੁਣ ਸਿੱਖ ਨਹੀਂ ਰਹਿ ਗਿਆ। ਵੇਖੋ ਮਹਾਰਾਜ ਮੇਰੇ ਕੇਸ ਵੀ ਕੱਟੇ ਗਏ, ਸੁੰਨਤ ਵੀ ਕਰ ਦਿੱਤੀ ਹੈ, ਮੁਸਲਮਾਨੀ ਖਾਣਾ ਵੀ ਖਾ ਲਿਆ ਹੈ ਤੇ ਮੈਨੂੰ ਕਲਮਾਂ ਵੀ ਪੜ੍ਹਾ ਦਿੱਤੀਆਂ ਗਈਆਂ। ਪਾਤਸ਼ਾਹ ਮੇਰਾ ਧਰਮ ਇਸ ਵੇਲੇ ਖਤਮ ਹੋ ਗਿਆ ਹੈ। ਜਿਸ ਬਿਦ ਰਹਿ ਰੱਖੋ ਦੁੱਖ ਪੈਹੋਂ। ਸਤਿਗੁਰੂ ਪਾਤਸ਼ਾਹ ਜੀ ਜਿਵੇਂ ਵੀ ਮੇਰਾ ਧਰਮ ਰਵੇ, ਭਾਵੇਂ ਉਹ ਕੰਮ ਔਖਾ ਹੀ ਕਿਉਂ ਨਾ ਹੋਵੇ, ਮੈਨੂੰ ਦੱਸ ਦਿਓ, ਮੈਂ ਔਖੇ ਤੋਂ ਔਖਾ ਕੰਮ ਕਰਾਂਗਾ। ਭਾਵੇਂ ਮੈਨੂੰ ਆਪਣੇ ਸਰੀਰ 'ਤੇ ਕਿੰਨਾ ਵੀ ਦੁੱਖ ਝੱਲਣਾ ਪਵੇ, ਮੈਂ ਉਹ ਦੁੱਖ ਵੀ ਝੱਲਾਂਗਾ। ਪਰ ਕਾਰਨ ਇਹ ਹੈ ਮਹਾਰਾਜ ਜੀ, ਮੈਨੂੰ ਜਿਵੇਂ ਕਿਵੇਂ ਸਿੱਖ ਬਣਾ ਲਓ, ਵਾਪਸ ਲੈ ਆਓ ਸਿੱਖੀ ਦੇ ਵਿੱਚ, ਇਹ ਮੇਰੇ 'ਤੇ ਕਿਰਪਾ ਕਰੋ। ਨਤ ਮੈਂ ਚਿਖਾ ਬਣਾਏ ਜਲੈ ਹੋਂ। ਜੇ ਤੁਸੀਂ ਮੈਨੂੰ ਹੁਣ ਕਿਰਪਾ ਕਰਕੇ ਸਿੱਖ ਨਹੀਂ ਬਣਾਓਗੇ ਤੇ ਪਾਤਸ਼ਾਹ ਜੀ ਮੈਂ ਹੁਣ ਫਿਰ ਚਿਖਾ ਤਿਆਰ ਕਰਕੇ ਨਾ ਉਹਦੇ ਉੱਪਰ ਬੈਠ ਕੇ ਤੇ ਆਪਣੇ ਆਪ ਨੂੰ ਸਾੜ ਲਵਾਂਗਾ। ਮੈਨੂੰ ਇਹ ਸਰੀਰ ਨਹੀਂ ਚਾਹੀਦਾ ਹੈ, ਮੈਨੂੰ ਇਹ ਜ਼ਿੰਦਗੀ ਨਹੀਂ ਚਾਹੀਦੀ ਹੈ, ਮੈਂ ਮੁਸਲਮਾਨ ਹੋਣਾ ਮਨਜ਼ੂਰ ਨਹੀਂ ਕਰਦਾ ਹਾਂ। ਜਾਂ ਤਾਂ ਕਿਰਪਾ ਕਰਕੇ ਮੈਨੂੰ ਦੁਬਾਰਾ ਫਿਰ ਸਿੱਖ ਬਣਾ ਲਵੋ, ਨਹੀਂ ਤਾਂ ਮੈਂ ਚਿਖਾ ਤਿਆਰ ਕਰਕੇ ਉਸ ਦੇ ਉੱਪਰ ਚੜ੍ਹ ਕੇ ਮੈਂ ਆਪਣਾ ਸਰੀਰ ਛੱਡ ਦੇਣਾ ਹੈ। ਬੂਝੋ ਗੁਰੂ ਕਰੀ ਕਿਸ ਸ਼ਰਾ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਪੁੱਛਿਆ, ਸਤਿਗੁਰੂ ਕਹਿਣ ਲੱਗੇ ਸਾਨੂੰ ਚੰਗੀ ਤਰ੍ਹਾਂ ਦੱਸ ਵੀ ਤੇਰੀ ਸ਼ਰ੍ਹਾ ਕਿਹਨੇ ਕੀਤੀ ਹੈ ਔਰ ਕਿਸ ਤਰੀਕੇ ਨਾਲ ਕੀਤੀ ਹੈ, ਉਹ ਸਾਰੀ ਵਿਧੀ ਵਿਧਾਨ ਜੋ ਹੈ ਸਾਨੂੰ ਦੱਸਣਾ ਕਰੋ। ਜਬ ਸ਼ਤਨ ਕੇ ਬਸ ਮੈਂ ਪਰ। ਜਦੋਂ ਤੂੰ ਦੁਸ਼ਮਣ ਦੇ ਵੱਸ ਵਿੱਚ ਪੈ ਗਿਆ ਸੀ, ਦੁਸ਼ਮਣ ਨੇ ਤੈਨੂੰ ਫੜ ਲਿਆ ਸੀ, ਤੈਨੂੰ ਉਸ ਵੇਲੇ ਮੁਸਲਮਾਨ ਕਿਵੇਂ ਬਣਾਇਆ ਹੈ? ਤਬ ਸਿੱਖ ਸਭ ਕਰ ਜ਼ੋਰ ਸੁਨਾਈ। ਉਸ ਵੇਲੇ ਸਿੱਖ ਨੇ ਹੱਥ ਜੋੜੇ, ਮਹਾਰਾਜ ਜੀ ਮੈਂ ਤੁਹਾਨੂੰ ਸਾਰੀ ਫਿਰ ਘਟਨਾ ਉਹ ਸਰਵਨ ਕਰਵਾਉਂਦਾ ਹਾਂ। ਪੂਰਬ ਸੁਨਤ ਮੋਰ ਕਰਾਈ। ਤੇ ਫਿਰ ਦੱਸਣ ਲੱਗ ਪਿਆ, ਕਹਿੰਦੇ ਜੀ ਮੈਨੂੰ ਉਹਨਾਂ ਨੇ ਫੜਿਆ, ਫਿਰ ਥੋੜ੍ਹਾ ਕੁੱਟਿਆ ਮਾਰਿਆ, ਫਿਰ ਸਭ ਤੋਂ ਪਹਿਲਾਂ ਉਹਨਾਂ ਨੇ ਸੁੰਨਤ ਕੀਤੀ ਹੈ। ਸੁੰਨਤ ਕੀਏ ਤੁਰਕ ਜੇ ਹੋਏਗਾ, ਔਰਤ ਕਿਆ ਕਹਿ ਕਰੀਏ, ਅਰਧ ਸਰੀਰੀ ਨਾਰ ਨ ਛੋੜੈ ਤਾਂ ਤੇ ਹਿੰਦੂ ਹੀ ਰਹੀ ਹੈ। ਇਹ ਗੁਰਬਾਣੀ ਦਾ ਮਹਾਵਾਕ ਹੈ। ਰੋ ਵਿਚਾਰ ਕਹਿਣ ਲੱਗੇ ਪਾਤਸ਼ਾਹ ਸਭ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਸੁੰਨਤ ਕਰਵਾਈ ਹੈ, ਇਸ ਤਰੀਕੇ ਦੇ ਨਾਲ ਇਹ ਪਹਿਲਾ ਕੰਮ ਕੀਤਾ ਹੈ। ਕਲਮਾ ਅਰ ਨਮਾਜ਼ ਕਰਵਾਏ। ਫਿਰ ਕਲਮਾ ਪੜ੍ਹਾਇਆ ਗਿਆ ਮੇਰੇ ਕੋਲੋਂ ਤੇ ਕਲਮਾ ਪੜ੍ਹਾਉਣ ਤੋਂ ਬਾਅਦ ਵੀ ਫਿਰ ਨਮਾਜ਼ ਪੜ੍ਹਾਈ ਗਈ ਹੈ। ਇਸ ਤਰੀਕੇ ਨਾਲ ਮੈਨੂੰ ਮੁਸਲਮਾਨ ਕਰਦੇ ਹਨ। ਕੇਸ ਬੇਅਦਬੀ ਖਾਨ ਖਵਾਏ। ਚੌਥਾ ਕੰਮ ਇਹ ਕੀਤਾ ਮਹਾਰਾਜ ਜੀ, ਮੇਰੇ ਕੇਸਾਂ ਦੀ ਬੇਅਦਬੀ ਕੀਤੀ, ਕੇਸ ਕੱਟ ਦਿੱਤੇ ਉਹਨਾਂ ਨੇ ਕੈਂਚੀ ਦੇ ਨਾਲ, ਇਹ ਵੱਡੀ ਭਾਰੀ ਬੇਅਦਬੀ ਹੋਈ ਹੈ। ਪੰਜਵਾਂ ਕੰਮ ਇਹ ਕੀਤਾ ਹੈ ਕਿ ਮਹਾਰਾਜ ਮੈਨੂੰ ਰੋਟੀ ਉਹਨਾਂ ਨੇ ਜਿਹੜਾ ਖਾਣਾ ਹੈ
ਉਹ ਮੁਸਲਮਾਨੀ ਖਾਣਾ ਜਿਹੜਾ ਹੈ ਸੋ ਉਹ ਖਵਾਇਆ ਹੈ। ਮੁਸਲਮਾਨੀ ਭੋਜਨ ਮੈਂ ਖਾ ਬੈਠਾ ਹਾਂ, ਮੈਨੂੰ ਖਵਾਇਆ ਗਿਆ ਮਹਾਰਾਜ ਸਾਹਿਬ ਜੀਓ ਇਹ ਜਿਹੜਾ ਮਾਸ ਹੈ ਉਹ ਮਾਸ ਮੈਨੂੰ ਜਿਹੜਾ ਖਵਾ ਦਿੱਤਾ ਗਿਆ ਹੈ। ਸੁਨ ਗੁਰ ਬੂਝਿਓ ਕਉ ਤੂੰ ਸਾਚੇ। ਮਹਾਰਾਜ ਕਹਿਣ ਲੱਗੇ ਸਾਰੀ ਗੱਲ ਸੁਣ ਲਈ ਹੈ ਵੀ ਤੇਰੇ ਕੇਸ ਵੀ ਕੱਟ ਦਿੱਤੇ, ਸੁਨਤ ਵੀ ਕਰ ਦਿੱਤੀ ਹੈ, ਮੁਸਲਮਾਨੀ ਖਾਣਾ ਵੀ ਖਾ ਲਿਆ ਹੈ, ਇਸੇ ਤਰ੍ਹਾਂ ਸੋ ਇਹ ਸਾਰਾ ਕੁਝ ਹੋਇਆ, ਕਲਮਾਂ ਵੀ ਪੜ੍ਹ ਲਈਆਂ, ਇਹ ਤੇ ਗੱਲ ਅਸੀਂ ਸੁਣ ਲਈ ਹੈ। ਪਰ ਇੱਕ ਬਚਨ ਅਸੀਂ ਤੇਰੇ ਕੋਲੋਂ ਪੁੱਛਦੇ ਹਾਂ। ਜਿਹੜਾ ਬਚਨ ਅਸੀਂ ਤੇਰੇ ਕੋਲੋਂ ਪੁੱਛਣ ਲੱਗੇ ਹਾਂ ਉਹ ਬਚਨ ਸੱਚਾ ਕਹਿਣਾ ਹੈ, ਝੂਠ ਨਹੀਂ ਬੋਲਣਾ ਹੈ, ਸੱਚੋ ਸੱਚ ਸਾਨੂੰ ਦੱਸਣਾ ਕਰੋ। ਸੰਗ ਤੁਰਕਨੀ ਤੇ ਰਹਿ ਬਾਚੇ। ਮਹਾਰਾਜ ਕਹਿਣ ਲੱਗੇ ਬਚਨ ਇੱਕ ਇਹ ਹੈ ਵੀ ਤੂੰ ਪਰਾਏ ਸੰਗ ਤੋਂ ਬਚਿਆ ਰਿਹਾ, ਕੁਕਰਮ ਤੇ ਨਹੀਂ ਨਾ ਕੋਈ ਕੀਤਾ। ਜੇ ਤੇ ਕੁਕਰਮ ਕੀਤਾ ਹੈ ਫਿਰ ਤੇ ਵਾਕਿਆ ਹੀ ਤੂੰ ਉਹਨਾਂ ਦੇ ਧਰਮ ਨੂੰ ਅਪਣਾ ਲਿਆ ਹੈ, ਕਿਉਂਕਿ ਵਿਅਕਤੀ ਜਦੋਂ ਵਿਸ਼ੇ ਵਿਕਾਰ ਭੋਗਦਾ ਹੈ ਨਾ, ਵਿਕਾਰ ਭੋਗਣ ਵਿੱਚ ਉਹਦਾ ਮਨ ਲੱਗ ਜਾਂਦਾ ਹੈ। ਜਿਹੜਾ ਕੰਮ ਮਨ ਲਾ ਕੇ ਕੀਤਾ ਗਿਆ ਉਹ ਕੰਮ ਪਾਪ ਦੇ ਵਿੱਚ ਗਿਣਿਆ ਗਿਆ। ਜਿਸ ਤਰ੍ਹਾਂ ਤੇਰੇ ਧੱਕੇ ਨਾਲ ਉਹਨਾਂ ਨੇ ਕੇਸ ਕੱਟੇ ਪਰ ਤੂੰ ਕਟਾਉਣਾ ਨਹੀਂ ਸੀ ਚਾਹੁੰਦਾ, ਜਾਂ ਤੈਨੂੰ ਧੱਕੇ ਨਾਲ ਰੋਟੀ ਖਵਾਈ ਤੂੰ ਖਾਣੀ ਨਹੀਂ ਚਾਹੁੰਦਾ, ਧੱਕੇ ਨਾਲ ਸੁਨਤ ਕੀਤੀ ਹੈ ਤੂੰ ਕਰਾਉਣੀ ਨਹੀਂ ਚਾਹੁੰਦਾ ਹੈ, ਇਹ ਮੱਲੋ ਜੋਰੀ ਕੀਤਾ ਗਿਆ ਪਾਪ ਇਹ ਤੇਰੇ ਉੱਪਰ ਲਾਗੂ ਨਹੀਂ ਹੋਵੇਗਾ। ਪਰ ਜਿਹੜੇ ਵਿਸ਼ੇ ਵਿਕਾਰ ਨੇ ਨਾ ਗੁਰਮੁਖੋ, ਵਿਸ਼ੇ ਵਿਕਾਰਾਂ ਵਿੱਚ ਮਨ ਆਪੇ ਹੀ ਮੰਨ ਜਾਂਦਾ ਹੈ। ਜਿਸ ਕੰਮ ਨੂੰ ਮਨ ਮੰਨ ਜਾਏ ਔਰ ਉਹ ਕੰਮ ਕੀਤਾ ਜਾਏ ਉਹ ਫਿਰ ਪਾਪ ਕਰਮ ਹੈ। ਪਾਤਸ਼ਾਹ ਕਹਿਣ ਲੱਗੇ ਤੂੰ ਸਾਨੂੰ ਇਹ ਬਚਨ ਸੁਣਾ ਵੀ ਤੂੰ ਕੁਕਰਮ ਤੇ ਨਹੀਂ ਕੀਤਾ ਹੈ, ਜੇ ਕੀਤਾ ਹੈ ਤੇ ਦੱਸ। ਇਹ ਮਹਾਰਾਜ ਜੀ ਨੇ ਪੁੱਛਿਆ ਹੈ। ਸਿੱਖ ਤਬ ਕਹਿਓ ਬਚਾਵਨ ਕੀ। ਸਿੱਖ ਨੇ ਹੱਥ ਜੋੜੇ, ਮਹਾਰਾਜ ਨਹੀਂ, ਮੈਂ ਇਸ ਔਗਣ ਤੋਂ ਬਚਿਆ ਰਿਹਾ ਹਾਂ, ਇਹ ਕਰਮ ਮੇਰੇ ਕੋਲੋਂ ਨਹੀਂ ਹੋਇਆ, ਤੁਸੀਂ ਬਚਾ ਲਿਆ ਮੈਨੂੰ ਹੱਥ ਰੱਖ ਕੇ। ਮੈਂ ਕੁਕਰਮ ਨਹੀਂ ਕੀਤਾ, ਮੈਂ ਵਿਸ਼ੇ ਵਿਕਾਰ ਨਹੀਂ ਭੋਗੇ ਹਨ, ਇਹਨਾਂ ਤੋਂ ਮਹਾਰਾਜ ਬਚ ਗਿਆ ਹਾਂ। ਪ੍ਰਭ ਤੁਮ ਹਾਥ ਦੇ ਰੱਖ ਲੀਨ। ਸਤਿਗੁਰੂ ਤੁਸੀਂ ਹੱਥ ਦੇ ਕੇ ਮੈਨੂੰ ਰੱਖ ਲਿਆ ਹੈ। ਜੇ ਮੇਰੇ ਨਾਲ ਧੱਕੇ ਨਾਲ ਰੋਟੀ ਖਵਾ ਸਕਦੇ ਸਨ, ਹੋਰ ਸਾਰਾ ਕੁਝ ਕਰ ਸਕਦੇ, ਤੇ ਮੇਰੇ ਤੋਂ ਇਹ ਵੀ ਕੰਮ ਉਹ ਕਰਵਾ ਸਕਦੇ ਸਨ, ਪਰ ਮਹਾਰਾਜ ਨਹੀਂ ਉਹਨਾਂ ਨੇ ਕਰਵਾਇਆ, ਔਰ ਮੇਰਾ ਮਨ ਵੀ ਇਸ ਪਾਸੇ ਨਹੀਂ ਹੈ। ਮੈਂ ਐਸੇ ਵਿਕਾਰ ਤੋਂ ਮਹਾਰਾਜ ਤੁਹਾਡੀ ਕਿਰਪਾ ਨਾਲ ਬਚਿਆ ਹਾਂ। ਤਬੈ ਕਹਿਓ ਕਰਵਾਏ ਕਰਾਹੇ। ਮਹਾਰਾਜ ਕਹਿਣ ਲੱਗੇ ਚਲੋ ਫਿਰ ਕੋਈ ਗੱਲ ਨਹੀਂ। ਕਹਿਣ ਲੱਗੇ ਖਾਲਸਾ ਜੀ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੋ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਹੈ। ਪੰਜ ਸਿੰਘ ਸਾਹਿਬਾਨ ਨੂੰ ਮਹਾਰਾਜ ਜੀ ਦਾ ਹੁਕਮ ਹੋਇਆ ਇਹ ਸਿੱਖ ਦੀ ਫਰਿਆਦ ਸੁਣ ਕੇ ਫਿਰ ਇਹਦੀ ਅਰਦਾਸ ਕਰਕੇ ਇਹਨੂੰ ਮਾਫੀ ਦਿਵਾ ਦਿਓ। ਮਹਾਰਾਜ ਦਾ ਹੁਕਮ ਮੰਨ ਕੇ ਪੰਜ ਸਿੰਘ ਤਿਆਰ ਹੋਏ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੋਈ ਹੈ। ਦੇਹੋ ਖਾਲਸੇ ਮਹਿਬਰ ਤਾਏ। ਉਸ ਵੇਲੇ ਪੰਜਾਂ ਸਿੰਘਾਂ ਨੇ ਪੁੱਛ ਕੇ ਫਿਰ ਇਹਦੀ ਅਰਦਾਸ ਕੀਤੀ ਹੈ ਮਹਾਰਾਜ ਦੇ ਅੱਗੇ, ਸਤਿਗੁਰੂ ਐ ਸਿੱਖ ਦੇ ਨਾਲ ਧੱਕੇ ਨਾਲ ਕੇਸ ਕੱਟੇ ਗਏ, ਮੁਸਲਮਾਨੀ ਭੋਜਨ ਸੁਨਤ ਵਗੈਰਾ ਸਭ ਕੁਝ ਹੋਇਆ ਹੈ, ਇਹ ਸਿੱਖੀ ਵਿੱਚ ਰਹਿਣਾ ਚਾਹੁੰਦਾ ਹੈ, ਕਿਰਪਾ ਕਰਕੇ ਦੁਬਾਰਾ ਸਿੱਖੀ ਦਾਨ ਬਖਸ਼ਿਸ਼ ਕਰੋ। ਜਦੋਂ ਅਰਦਾਸ ਹੋਈ ਪੰਜਾਂ ਸਿੰਘਾਂ ਦੇ ਕੋਲੋਂ, ਮਹਾਰਾਜ ਨੇ ਝੱਟ ਹੀ ਮਾਫੀ ਦੇ ਦਿੱਤੀ। ਕਹਿਣ ਲੱਗੇ ਨਹੀਂ, ਇਹ ਮੁਸਲਮਾਨ ਨਹੀਂ, ਇਹ ਸਾਡਾ ਸਿੱਖ ਹੀ ਹੈ। ਇੰਨੀ ਤਾਕਤ ਹੈ ਪੰਜ ਪਿਆਰੇ ਸਾਹਿਬਾਨ ਦੇ ਕੋਲ ਕਿ ਜਿਸ ਦੀ ਅਰਦਾਸ ਕਰਦੇ ਨਾ ਮਹਾਰਾਜ ਦੇ ਅੱਗੇ, ਉਹ ਫਿਰ ਅਰਦਾਸ ਸਤਿਗੁਰਾਂ ਦੇ ਅੱਗੇ ਪ੍ਰਵਾਨ ਹੋ ਜਾਂਦੀ ਹੈ। ਕਿਉਂਕਿ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ। ਇਹ ਵਡਿਆਈ ਹੈ ਗੁਰੂ ਘਰ ਦੇ ਅੰਦਰ ਕਿ ਸਿੱਖ ਕਿਸ ਤਰ੍ਹਾਂ ਦਾ ਵੀ ਕੋਈ ਪਾਪ ਕਰ ਲਵੇ, ਕੋਈ ਕਰਮ ਕਰ ਲਵੇ, ਬੱਜਰ ਕੁਰੈਤ ਹੀ ਕਿਉਂ ਨਾ ਕਰ ਲਵੇ, ਪਰ ਜੇ ਪੰਜਾਂ ਪਿਆਰਿਆਂ ਦੇ ਕੋਲ ਆ ਕੇ ਮੰਨ ਜਾਵੇ ਨਾ ਕਿ ਮੇਰੇ ਕੋਲੋਂ ਇਹ ਗਲਤੀ ਹੋਈ ਹੈ ਤੇ ਗਾਂਹ ਤੋਂ ਮੈਂ ਨਹੀਂ ਕਰਾਂਗਾ, ਫਿਰ ਉਹ ਪੰਜ ਪਿਆਰੇ ਸਾਹਿਬਾਨ ਅਰਦਾਸ ਕਰ ਦਿੰਦੇ ਤੇ ਉਹਦੀ ਮਾਫੀ ਕਰਵਾ ਦਿੰਦੇ। ਪਾਂਚ ਸਿੱਖ ਜੋ ਅੰਮ੍ਰਿਤ ਦੇਵੈ ਤਾਕੋ ਸਿਰ ਧਾਰ ਸ਼ਕ ਪੁੰਨ ਲੇਵੈ, ਪੁੰਨ ਮਿਲ ਪਾਂਚੋ ਰਹਿਤ ਜੋ ਭਾਖੈ ਤਾਕੋ ਦ੍ਰਿੜ ਕਰ ਮਨ ਮੈਂ ਰੱਖੈ। ਇਹ ਰਹਿਤਨਾਮਿਆਂ ਦੇ ਬਚਨ ਹਨ। ਸੋ ਮਹਾਰਾਜ ਸਾਹਿਬ ਜੀਆਂ ਨੇ ਤਾਕਤ ਪੰਜ ਪਿਆਰੇ ਸਾਹਿਬਾਨ ਨੂੰ ਬਖਸ਼ਿਸ਼ ਕੀਤੀ ਹੈ। ਕਿਸ ਤਰ੍ਹਾਂ ਦੀ ਵੀ ਗਲਤੀ ਗੁਨਾਹ ਜ਼ਿੰਦਗੀ ਵਿੱਚ ਹੋ ਜਾਵੇ, ਵੱਡੇ ਤੋਂ ਵੱਡਾ ਹੋ ਜਾਵੇ, ਤੇ ਪੰਜ ਪਿਆਰੇ ਉਸ ਨੂੰ ਮਾਫ ਕਰਵਾਉਣ ਦੀ ਤਾਕਤ ਰੱਖਦੇ। ਇਹ ਮਹਾਰਾਜ ਵੱਲੋਂ ਵਡਿਆਈ ਹੈ। ਪੰਜਾਂ ਪਿਆਰਿਆਂ ਦਾ ਹੁਕਮ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਹੀਂ ਮੋੜਿਆ। ਜਦੋਂ ਚਮਕੌਰ ਦੀ ਗੜੀ ਵਿੱਚ ਮਹਾਰਾਜ ਨੇ ਆਖਿਆ ਨਾ ਅਸੀਂ ਰਣ ਤੱਤੇ ਵਿੱਚ ਜੂਝਾਂਗੇ, ਉਸ ਵੇਲੇ ਖਾਲਸੇ ਨੇ ਵਿਚਾਰ ਕਰਕੇ ਵੀ ਮਹਾਰਾਜ ਤੇ ਇੱਥੇ ਵਾਕਿਆ ਹੀ ਰਣ ਤੱਤੇ ਵਿੱਚ ਜੂਝਣਾ ਚਾਹੁੰਦੇ ਨੇ। ਪੰਜ ਸਿੰਘ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਵਰਗੇ ਪੰਜੇ ਜਾਣੇ ਇਕੱਠੇ ਹੋ ਕੇ ਬੇਨਤੀ ਕਰਦੇ, ਕਹਿਣ ਲੱਗੇ ਸਤਿਗੁਰੂ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਉਦੋਂ ਤੁਸੀਂ ਆਖਿਆ ਸੀ ਵੀ ਖਾਲਸਾ
ਮੇਰਾ ਜਿਹੜਾ ਹੈ ਉਹ ਸਭ ਤੋਂ ਸ਼੍ਰੋਮਣੀ ਹੈ। ਜੇ ਮਹਾਰਾਜ ਸ਼੍ਰੋਮਣੀ ਹੈ ਤਾਂ ਫਿਰ ਖਾਲਸੇ ਦਾ ਬਚਨ ਮੰਨਿਆ ਜਾਵੇ। ਸਤਿਗੁਰੂ ਬੈਠੇ ਹੋਏ ਉੱਠ ਕੇ ਖੜੇ ਹੋ ਗਏ ਹੱਥ ਜੋੜ ਕੇ, ਕਹਿਣ ਲੱਗੇ ਖਾਲਸਾ ਜੀ ਕੀ ਹੁਕਮ ਹੈ। ਤੇ ਪੰਜ ਸਿੰਘ ਸਾਹਿਬਾਨ ਖਾਲਸੇ ਨੇ ਹੁਕਮ ਕੀਤਾ, ਕਹਿਣ ਲੱਗੇ ਸਤਿਗੁਰੂ ਅਸੀਂ ਸ਼ਹੀਦ ਹੋ ਜਾਵਾਂਗੇ, ਤੁਸੀਂ ਸਾਡੇ ਵਰਗੇ ਕਿੰਨੇ ਹੀ ਹੋਰ ਪੈਦਾ ਕਰ ਲਵੋਗੇ, ਪਰ ਜੇ ਤੁਸੀਂ ਸ਼ਹੀਦ ਹੋ ਗਏ ਤੁਹਾਡੇ ਵਰਗਾ ਗੁਰੂ ਸਾਨੂੰ ਨਹੀਂ ਮਿਲਣਾ ਹੈ। ਇਸ ਕਰਕੇ ਖਾਲਸੇ ਦਾ ਹੁਕਮ ਹੋਇਆ ਤੁਸੀਂ ਚਮਕੌਰ ਦੀ ਗੱਡੀ ਨੂੰ ਛੱਡ ਕੇ ਤੁਰ ਜਾਓ। ਇਹ ਬਚਨ ਸੁਣ ਕੇ ਸੀਸ ਝੁਕਾਇਆ, ਕਹਿਣ ਲੱਗੇ ਸਤ ਬਚਨ ਜਿਸ ਤਰ੍ਹਾਂ ਆਪ ਕਹਿੰਦੇ ਹੋ ਇੰਨੀ ਵੱਡੀ ਤਾਕਤ ਹੈ ਵੀ ਪੰਜਾਂ ਪਿਆਰਿਆਂ ਦਾ ਹੁਕਮ ਗੁਰੂ ਗੋਬਿੰਦ ਸਿੰਘ ਨੂੰ ਮੰਨ ਕੇ ਗੜੀ ਛੱਡਣੀ ਪਈ ਹੈ। ਸੋ ਇੱਥੇ ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ ਕਿ ਪੰਜਾਂ ਸਿੰਘਾਂ ਦੇ ਕੋਲੋਂ ਅਰਦਾਸ ਕਰਵਾਓ। ਕਰਵਾਈ ਗਈ ਹੈ। ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਸਾਰੀ ਸੰਗਤ ਵਿੱਚ ਵਰਤਾਈ ਹੈ। ਖਰਾ ਸਿੱਖ ਤੂੰ ਹੈ ਸਭ ਬੇਰੀ। ਉਸ ਵੇਲੇ ਮਹਾਰਾਜ ਕਹਿਣ ਲੱਗੇ ਭਾਈ ਤੂੰ ਖਰਾ ਸਿੱਖ ਹੈ, ਤੂੰ ਬਚਿਆ ਹੋਇਆ ਸਿੱਖ, ਬਚ ਗਿਆ ਕੁਕਰਮ ਤੋਂ ਤੂੰ। ਕੋਈ ਗੱਲ ਨਹੀਂ ਹੈ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਮੱਲੋ ਜੋਰੀ ਕੀਤੀਆਂ ਗਾ, ਤੇਰਾ ਮਨ ਨਹੀਂ ਮੰਨਣਾ ਚਾਹੀਦਾ। ਇੱਥੋਂ ਸਿੱਖਿਆ ਇਹ ਲੈਣੀ ਹੈ ਜਿਸ ਕੰਮ ਨੂੰ ਮਨ ਨਹੀਂ ਮੰਨਿਆ, ਕਿਸੇ ਨੇ ਧੱਕੇ ਨਾਲ ਕਰਵਾਇਆ, ਮਾਫੀ ਉਹਦੀ ਮਿਲਣੀ ਹੈ। ਇਹ ਨਾ ਹੋਵੇ ਆਪਣੇ ਆਪ ਹੀ ਜਾ ਕੇ ਤੂੰ ਨਾਈ ਦੀ ਦੁਕਾਨ ਤੇ ਬੈਠ ਕੇ ਆਖੇ ਕਿ ਨਾਈ ਨੇ ਧੱਕੇ ਨਾਲ ਹੀ ਧੱਕੇ ਨਾਲ ਕੋਈ ਨਹੀਂ ਕਰਦਾ ਹੈ। ਉੱਥੇ ਤੇਰੀ ਆਪਣੀ ਗਲਤੀ ਹੋਵੇਗੀ, ਤੇਰਾ ਮਨ ਮੰਨਿਆ ਉਹ ਕੰਮ ਕਰਨ ਵਾਸਤੇ ਤਾਂ ਉਹ ਕੰਮ ਹੋਇਆ, ਉਹਦੀ ਮਾਫੀ ਨਹੀਂ ਮਿਲੇਗੀ। ਮਾਫੀ ਉਸ ਦੀ ਹੈ ਜਿੱਥੇ ਮਨ ਨਹੀਂ ਮੰਨਿਆ ਔਰ ਧੱਕਾ ਕੀਤਾ ਗਿਆ ਹੈ ਕਿ ਬੰਦਿਆਂ ਨੇ ਫੜ ਕੇ ਜ਼ਬਰਦਸਤੀ ਕੀਤੀ ਹੈ, ਮਨ ਨਹੀਂ ਮੰਨਦਾ ਪਿਆ, ਉਹਦੀ ਮਾਫੀ ਹੈ। ਪਰ ਜੇ ਕਿਤੇ ਚਾਰ ਦੋਸਤ ਮਿੱਤਰ ਬੈਠੇ ਹੋਏ ਕਿ ਉਹਨਾਂ ਨੇ ਚੌਵਾਂ ਨੇ ਅੱਧੀ ਪੌਣੀ ਗਲਾਸੀ ਕੀਤੀ ਹੈ ਤੇ ਤੈਨੂੰ ਵੀ ਆਖਦੇ ਵੀ ਹੋਊਗਾ ਤੇ ਝੂਠੀ ਜੀ ਨਾ ਕਰਦਾ ਵੀ ਨਹੀਂ, ਅੰਦਰੋਂ ਜੀ ਕਰਦਾ ਵੀ ਇਹ ਹੁਣ ਕੰਮ ਬਣ ਜਾਵੇ ਤੇ ਚੰਗੀ ਗੱਲ ਹੈ। ਤੇ ਫਿਰ ਰਿਹਾ ਨਹੀਂ ਗਿਆ, ਉਹਦੀ ਬਾਸ਼ਨਾ ਹੀ ਇਹੋ ਜਿਹੀ ਹੈ ਵੀ ਉਹ ਬਾਸ਼ਨਾ ਸੁੰਘ ਕੇ ਐਡੀ ਲਾਲ ਡਿੱਗੀ ਮੂੰਹ ਦੇ ਵਿੱਚੋਂ ਤੇ ਮੁੜ ਕੇ ਉਹ ਕੰਮ ਕਰ ਹੀ ਗਿਆ। ਫਿਰ ਦੂਜਿਆਂ ਨੂੰ ਆ ਕੇ ਆਖਦਾ ਇਹ ਤੇ ਮੇਰੇ ਨਾਲ ਧੱਕਾ ਕੀਤਾ ਰਿਸ਼ਤੇਦਾਰਾਂ ਨੇ, ਦੋਸਤਾਂ ਮਿੱਤਰਾਂ ਨੇ। ਨਹੀਂ, ਉਹ ਧੱਕਾ ਨਹੀਂ ਹੈ, ਉਹ ਤੇਰਾ ਮਨ ਕੀਤਾ ਹੈ। ਜੇ ਤੇਰੇ ਨਾਲ ਧੱਕਾ ਹੁੰਦਾ ਤੂੰ ਉੱਠ ਕੇ ਜਾ ਵੀ ਸਕਦਾ ਸੀ। ਇਹੋ ਜਿਹੇ ਦੋਸਤਾਂ ਮਿੱਤਰਾਂ ਦਾ ਵੀ ਕੀ ਕਰਨਾ ਜਿਹੜੇ ਧਰਮ ਤੋਂ ਪਤਿਤ ਕਰਦੇ ਨੇ। ਬਚਨ ਇਹ ਹੈ ਜਿਹੜਾ ਕੰਮ ਮਨ ਕਰਕੇ ਕੀਤਾ ਉਹ ਮਾਫ ਨਹੀਂ ਹੈ। ਜਿਹਨੂੰ ਮਨ ਨਹੀਂ ਕੀਤਾ, ਕਿਸੇ ਨੇ ਬੰਨ੍ਹ ਕੇ ਜ਼ਬਰਦਸਤੀ ਕਰਵਾਇਆ, ਮਾਫੀ ਉਹਦੀ ਹੈ। ਇੱਥੇ ਸਿੱਖ ਦੀ ਸਾਖੀ ਇਹ ਹੈ ਉਹ ਕੇਸ ਨਹੀਂ ਕਟਾਉਣੇ ਚਾਹੁੰਦਾ, ਉਹ ਮੁਸਲਮਾਨੀ ਭੋਜਨ ਨਹੀਂ ਖਾਣਾ ਚਾਹੁੰਦਾ, ਉਹ ਕਲਮਾ ਨਹੀਂ ਪੜ੍ਹਨਾ ਚਾਹੁੰਦਾ, ਉਹ ਸੁੰਨਤ ਵੀ ਨਹੀਂ ਕਰਾਉਣੀ ਚਾਹੁੰਦਾ, ਪਰ ਬੰਨ੍ਹ ਕੇ ਸੰਗਲਾਂ ਨਾਲ ਬਦੋਬਦੀ ਕੀਤਾ, ਇਸ ਕਰਕੇ ਮਾਫੀ ਹੈ। ਪਰ ਜਿਹੜਾ ਸਿੱਖ ਆਪ ਸਭ ਕੁਝ ਕਰੇਗਾ ਮਰਜ਼ੀ ਦੇ ਨਾਲ, ਉਹਦੀ ਮਾਫੀ ਨਹੀਂ, ਉਹਦੀ ਸਜ਼ਾ ਮਿਲੇਗੀ। ਰੋ ਵਿਚਾਰ ਮਹਾਰਾਜ ਕਹਿਣ ਲੱਗੇ ਭਾਈ ਤੂੰ ਸਾਡਾ ਸਿੱਖ ਹੈ, ਤੈਨੂੰ ਅਸੀਂ ਰੱਖ ਲਿਆ ਹੈ। ਬਾਹੇ ਗੁਰੂ ਕੇ ਪਕੜੀ ਤੇਰੀ ਗੁਰੂ ਨੇ ਬਾਂਹ ਛੱਡੀ ਨਹੀਂ ਹੈ, ਤੇਰੀ ਗੁਰੂ ਨੇ ਬਾਂਹ ਫੜੀ ਹੋਈ ਹੈ। ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀਐ, ਬਾਹੇ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ, ਬਾਹੇ ਨਾ ਛੋੜੀਐ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ, ਜਿਹਦੀ ਬਾਂਹ ਗੁਰੂ ਫੜ ਲਵੇ ਉਹਦੀ ਬਾਂਹ ਫਿਰ ਗੁਰੂ ਪਾਤਸ਼ਾਹ ਛੱਡਦੇ ਨਹੀਂ ਹਨ। ਉਤੇ ਸਿੰਘ ਜੇ ਤਬੈ ਹਜ਼ੂਰੋਂ, ਉਸ ਵੇਲੇ ਸਾਡੇ ਵਰਗੇ ਕਈ ਸਿੰਘ ਉੱਥੇ ਬੈਠੇ ਸਨ ਵੀ ਇਹਨੂੰ ਮਾਫੀ ਮਿਲ ਗਈ ਹੈ। ਹੁਣ ਕਈਆਂ ਨੂੰ ਚੰਗਾ ਵੀ ਨਹੀਂ ਨਾ ਲੱਗੇਗਾ ਔਰ ਕਈਆਂ ਦੇ ਮਨ ਵਿੱਚ ਨਵਾਂ ਸਵਾਲ ਪੈਦਾ ਹੋ ਗਿਆ ਵੀ ਹੁਣ ਇਸ ਤਰੀਕੇ ਦੀ ਗੱਲ ਚੱਲਦੀ ਪਈ ਹੈ, ਮਹਾਰਾਜ ਦੇ ਕੋਲੋਂ ਹੋਰ ਜਾਣਕਾਰੀ ਲੈ ਲਈਏ। ਕੁਝ ਸਿੰਘ ਸਿਆਣੇ ਖਲੋਤੇ, ਉਹ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਇਹਦੇ ਵਿੱਚ ਸਾਡਾ ਇੱਕ ਸਵਾਲ ਵੀ ਹੈ, ਅਸੀਂ ਪੁੱਛਣਾ ਚਾਹੁੰਦੇ ਹਾਂ ਤੇ ਸਵਾਲ ਕਰਦੇ ਹਨ। ਬੁਝਿਓ ਤਬੈ ਕਹੋ ਗੁਰਪੂਰਮ, ਮਹਾਰਾਜ ਸਾਹਿਬ ਜੀ ਦੱਸੋ ਵੀ ਤੁਸੀਂ ਪੂਰੇ ਗੁਰੂ ਹੋ, ਇਹਨੂੰ ਤੇ ਤੁਸੀਂ ਕਹਿ ਦਿੱਤਾ ਵੀ ਇਹ ਮੁਸਲਮਾਨ ਨਹੀਂ ਬਣਿਆ, ਪਰ ਬੰਦਾ ਮੁਸਲਮਾਨ ਬਣਦਾ ਕਿਵੇਂ ਹੈ? ਉਹ ਕਿਹੜਾ ਕੰਮ ਹੈ ਜਿਹੜਾ ਕਰੀਏ ਤੇ ਮੁਸਲਮਾਨ ਬਣ ਜਾਈਏ? ਇਹਦੇ ਬਾਰੇ ਆਪ ਜੀ ਦੱਸਣਾ ਕਰੋ। ਮੁਸਲਮਾਨ ਕਿਸ ਵਿਧ ਕਰ ਹੋਏ, ਮਹਾਰਾਜ ਜੀ ਬੰਦਾ ਮੁਸਲਮਾਨ ਕਿਵੇਂ ਬਣਦਾ ਹੈ? ਉਹ ਕਿਹੜੀ ਵਿਧੀ ਹੈ ਮੁਸਲਮਾਨ ਬਣਾਉਣ ਦੀ, ਜਾਂ ਸਾਨੂੰ ਕਿਹੜੇ ਉਸ ਔਗਣ ਤੋਂ ਬਚਣਾ ਚਾਹੀਦਾ ਵੀ ਅਸੀਂ ਮੁਸਲਮਾਨ ਨਾ ਬਣੀਏ, ਇਹ ਦੱਸਣਾ ਕਰੋ। ਕਿਦੋਂ ਨਾ ਬਣੇ ਬਣਾਵੇ ਸੋਏ, ਜਾਂ ਸਾਨੂੰ ਕੋਈ ਮੰਨ ਲਓ ਕਿ ਮੁਸਲਮਾਨ ਬਣਾਉਣਾ ਚਾਹੁੰਦਾ ਹੈ ਪਰ ਅਸੀਂ ਨਹੀਂ ਬਣਨਾ, ਤੇ ਮਹਾਰਾਜ ਉਹ ਤਰੀਕਾ ਕਿਹੜਾ ਹੈ ਵੀ ਅਸੀਂ ਬਣੀਏ ਨਾ ਕੋਈ ਜ਼ੋਰ ਲਾ ਕੇ ਹਟ ਵੀ ਜਾਵੇ। ਤੇ ਮਹਾਰਾਜ ਇਹ ਜਿਹੜਾ ਕਿਹੜੀ ਉਹ ਵਿਧੀ ਵਿਧਾਨ ਹੈ ਧਰਮ ਦੀ, ਆਪ ਜੀ ਦੱਸਣਾ ਕਰੋ। ਤਬ ਗੁਰ ਬਚਨ ਕਰਿਓ ਸੁਨ ਭਾਈ, ਸਤਿਗੁਰੂ ਪਾਤਸ਼ਾਹ ਨੇ ਉਸ ਵੇਲੇ ਬਚਨ ਕੀਤਾ, ਕਹਿਣ ਲੱਗੇ ਲਓ ਫਿਰ ਭਾਈ ਜੇ ਇਹ ਤੁਸੀਂ ਪੁੱਛਦੇ ਹੀ ਪਏ ਹੋ ਨਾ
ਤੇ ਫਿਰ ਅਸੀਂ ਦੱਸਦੇ ਹਾਂ। ਮਹਾਰਾਜ ਕਹਿਣ ਲੱਗੇ, ਕਰਹਿ ਸ਼ਰਾ ਜੇ ਰਿਪ ਬੁਰਿਆਈ। ਜੇ ਬੁਰਿਆਈ ਦੇ ਨਾਲ, ਧੱਕੇ ਦੇ ਨਾਲ ਜੇ ਕੋਈ ਵਿਅਕਤੀ ਸ਼ਰਾ ਕਰੇ, ਮੁਸਲਮਾਨ ਬਣਾਉਣ ਵਾਸਤੇ ਕੋਈ ਬੰਦਾ ਤੁਹਾਡੇ ਕੋਲ ਆ ਗਿਆ, ਤੁਹਾਨੂੰ ਫੜ ਲਿਆ ਗਿਆ, ਤੁਸੀਂ ਇਕੱਲੇ ਹੋ, ਦੂਜਿਆਂ ਦੀ ਦੁਸ਼ਮਣ ਦੀ ਗਿਣਤੀ ਬਹੁਤੀ ਹੈ, ਜੇ ਕੋਈ ਬਹੁਤੀ ਗਿਣਤੀ ਵਿੱਚ ਬਦੋ ਬਦੀ ਆ ਕੇ ਤੁਹਾਨੂੰ ਮੁਸਲਮਾਨ ਕਰਦਾ ਹੈ, ਹਿਰਦੇ ਭਾਵਨਾ ਜਿਸ ਨਹਿ ਹੋਏ। ਤੇ ਗੱਲ ਇਹ ਹੈ ਜਿਹਨੂੰ ਮੁਸਲਮਾਨ ਬਣਾਇਆ ਜਾ ਰਿਹਾ, ਪਹਿਲੀ ਗੱਲ ਇਹ ਹੈ ਵੀ ਉਹਦੇ ਮਨ ਵਿੱਚ ਉਹ ਭਾਵਨਾ ਬਣੇ ਨਾ ਕਿ ਮੈਂ ਮੁਸਲਮਾਨ ਬਣਨਾ ਹੈ। ਆਪਣੀ ਭਾਵਨਾ ਉਧਰ ਨਾ ਲੈ ਕੇ ਜਾਵੇ, ਭਾਵਨਾ ਗੁਰੂ ਤੇ ਰੱਖੇ, ਆਪਣੇ ਧਰਮ ਤੇ ਰੱਖੇ, ਆਪਣੇ ਮਨ ਦੇ ਵਿਚਾਰ, ਮਨ ਦੀ ਭਾਵਨਾ ਨਾ ਬਦਲਾਏ। ਕਰੇ ਜ਼ੋਰ ਤੁਰਕ ਨਾ ਹਵੈ ਸੋਏ। ਪਰ ਜੇ ਕੋਈ ਬਦੋ ਬਦੀ ਜ਼ੋਰ ਲਾ ਕੇ ਚਾਹਵੇ ਕਿ ਇਹਨੂੰ ਤੁਰਕ ਕਰਨਾ ਹੈ, ਉਹਦੇ ਵਿੱਚ ਕਈ ਮਹਾਰਾਜ ਕਹਿੰਦੇ ਰਾਜ ਨੇ ਕਿ ਬੰਦਾ ਮੁਸਲਮਾਨ ਕਿਵੇਂ ਹੋ ਸਕਦਾ ਹੈ ਔਰ ਮੁਸਲਮਾਨ ਨਾ ਹੋਣ ਤੋਂ ਬਚਿਆ ਕਿਵੇਂ ਜਾ ਸਕਦਾ ਹੈ। ਇਹ ਬਚਨ ਮਹਾਰਾਜ ਦੱਸਣਗੇ, ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਲੇਖਾ ਬਖਸ਼ਣਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ। ਅਰੇ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ, ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ੍ਹ ਨੂੰ 9 ਵਜੇ ਗੁਰੂ ਕੀ ਗੋਲਕ ਖੋਲ੍ਹੀ ਜਾਣੀ ਹੈ। ਜਿਨ੍ਹਾਂ ਸੰਗਤਾਂ ਕੋਲ, ਸਿੰਘਾਂ ਕੋਲ ਟਾਈਮ ਹੋਵੇ ਮਾਇਆ ਦੀ ਗਿਣਤੀ ਕਰਾਉਣ ਦਾ, ਉਹਨਾਂ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਸਵੇਰੇ 9 ਵਜੇ ਗੁਰੂ ਘਰੇ ਪਹੁੰਚ ਕੇ ਮਾਇਆ ਦੀ ਗਿਣਤੀ ਕਰਾਉਣ ਦੀ ਕਿਰਪਾਲਤਾ ਕਰਨੀ। ਇਹ ਬੇਨਤੀਆਂ ਪ੍ਰਵਾਨ ਕਰਨ।